ਮੇਰਾ ਨਾਂ ਨੇਹਾ ਹੈ। ਵਿਆਹ ਤੋਂ ਪਹਿਲਾਂ ਮੈਂ ਇੱਕ ਗਰੀਬ ਪਰਿਵਾਰ ਨਾਲ ਤਾਲੁਕ ਰੱਖਦੀ ਸੀ। ਮੈਂ ਪਿੰਡ ਦੀ ਰਹਿਣ ਵਾਲੀ ਸੀ, ਪਰ ਫਿਰ ਵੀ ਮੈਂ ਸਰਕਾਰੀ ਸਕੂਲ ਵਿੱਚੋਂ 10ਵੀਂ ਕਲਾਸ ਤੱਕ ਦੀ ਪੜ੍ਹਾਈ ਕੀਤੀ ਹੋਈ ਸੀ। ਮੈਂ ਬਹੁਤ ਜ਼ਿਆਦਾ ਸੋਹਣੀ ਤਾਂ ਨਹੀਂ ਸੀ, ਪਰ ਬਸ ਠੀਕ ਠਾਕ ਸੀ। ਮੈਂ ਆਪਣੇ ਘਰ ਵਿੱਚ ਸਭ ਤੋਂ ਵੱਡੀ ਕੁੜੀ ਸੀ, ਇਸ ਲਈ ਮੇਰੇ ਮਾਪੇ ਨੂੰ ਮੇਰੇ ਵਿਆਹ ਕਰਨ ਦੀ ਬਹੁਤ ਜਲਦੀ ਹੋ ਰਹੀ ਸੀ। ਵੈਸੇ ਵੀ ਪਿੰਡ ਵਿੱਚ ਕੁੜੀਆਂ ਦਾ ਜਲਦੀ ਹੀ ਵਿਆਹ ਹੋ ਜਾਂਦਾ ਹੈ। ਮੇਰੇ ਮਾਪੇ ਨੇ ਮੇਰੇ ਲਈ ਚੰਗਾ ਰਿਸ਼ਤਾ ਦੇਖਣਾ ਤਲਾਸ਼ ਕੀਤਾ ਤਾਂ ਗੁਆਂਢ ਦੇ ਹੀ ਪਿੰਡ ਤੋਂ ਮੇਰੇ ਲਈ ਇੱਕ ਰਿਸ਼ਤਾ ਆਇਆ। ਰਿਸ਼ਤਾ ਬਹੁਤ ਚੰਗਾ ਸੀ। ਮੁੰਡਾ ਰਹਿਣ ਵਾਲਾ ਤਾਂ ਪਿੰਡ ਦਾ ਹੀ ਸੀ, ਪਰ ਉਸ ਦੀ ਨੌਕਰੀ ਕਤਰ ਵਿੱਚ ਲੱਗੀ ਹੋਈ ਸੀ ਤੇ ਉਸ ਦੀ ਨੌਕਰੀ ਬਹੁਤ ਜ਼ਿਆਦਾ ਚੰਗੀ ਸੀ। ਮੇਰੇ ਘਰ ਵਾਲਿਆਂ ਨੂੰ ਇਹ ਰਿਸ਼ਤਾ ਬਹੁਤ ਪਸੰਦ ਆਇਆ ਸੀ। ਮੁੰਡਾ ਪੜ੍ਹਿਆ ਲਿਖਿਆ ਵੀ ਸੀ ਤੇ ਉਸ ਦੀ ਦੂਜੇ ਦੇਸ਼ ਵਿੱਚ ਨੌਕਰੀ ਵੀ ਲੱਗੀ ਹੋਈ ਸੀ। ਮੇਰੀ ਵੀ ਇਹੀ ਇੱਛਾ ਸੀ ਕਿ ਮੇਰਾ ਵਿਆਹ ਕਿਸੇ ਪੜ੍ਹੇ ਲਿਖੇ ਇਨਸਾਨ ਨਾਲ ਹੋਵੇ। ਇਹ ਰਿਸ਼ਤਾ ਮਿਲ ਜਾਣ ਤੋਂ ਬਾਅਦ ਮੇਰੀ ਇੱਛਾ ਵੀ ਪੂਰੀ ਹੋ ਗਈ ਸੀ ਤੇ ਮੇਰੇ ਘਰ ਵਾਲਿਆਂ ਨੂੰ ਵੀ ਰਿਸ਼ਤਾ ਬਹੁਤ ਪਸੰਦ ਆਇਆ ਸੀ। ਮੇਰਾ ਹੋਣ ਵਾਲਾ ਪਤੀ ਬਹੁਤ ਸਾਲਾਂ ਤੋਂ ਹੀ ਕਤਰ ਵਿੱਚ ਨੌਕਰੀ ਕਰ ਰਿਹਾ ਸੀ। ਉਹ ਆਪਣੇ ਘਰ ਵਿੱਚ ਸਭ ਤੋਂ ਵੱਡਾ ਮੁੰਡਾ ਸੀ। ਉਸ ਦੇ ਛੋਟੇ 3 ਭੈਣ ਭਾਈ ਸੀ, ਇੱਕ ਕੁੰਵਾਰਾ ਭਾਈ ਤੇ 2 ਛੋਟੀਆਂ ਭੈਣਾਂ ਸੀ। ਮੇਰੇ ਹੋਣ ਵਾਲੇ ਪਤੀ ਦੇ ਪਿਤਾ ਬਹੁਤ ਸਾਲ ਪਹਿਲਾਂ ਹੀ ਮਰ ਗਏ ਸੀ, ਪਰ ਮਾਂ ਦਾ ਸਾਇਆ ਹੁਣ ਤੱਕ ਉਹਨਾਂ ਤੇ ਸੀ। ਸਾਡਾ ਰਿਸ਼ਤਾ ਫੋਟੋ ਦੇਖ ਕੇ ਹੀ ਤੈਅ ਹੋ ਗਿਆ ਸੀ। ਮੇਰਾ ਫੋਟੋ ਮੁੰਡੇ ਨੂੰ ਦਿਖਾ ਦਿੱਤਾ ਗਿਆ ਸੀ ਤੇ ਮੁੰਡੇ ਦਾ ਫੋਟੋ ਮੈਨੂੰ ਦਿਖਾ ਦਿੱਤਾ ਗਿਆ ਸੀ। ਕਿਉਂਕਿ ਮੁੰਡਾ ਕਤਰ ਵਿੱਚ ਨੌਕਰੀ ਕਰਦਾ ਸੀ, ਇਸ ਲਈ ਉਹ ਬਾਰ-ਬਾਰ ਇੱਥੇ ਨਹੀਂ ਆ ਸਕਦਾ ਸੀ। ਮੁੰਡੇ ਵਾਲਿਆਂ ਦੀ ਸ਼ਰਤ ਇਹੀ ਸੀ ਕਿ ਸਾਡਾ ਮੁੰਡਾ ਵਿਆਹ ਸਮੇਂ ਹੀ ਹਿੰਦੁਸਤਾਨ ਵਾਪਸ ਆਵੇਗਾ ਤੇ ਮੇਰਾ ਇਹ ਰਿਸ਼ਤਾ ਮੇਰੇ ਪਿਤਾ ਦੇ ਜਾਣਕਾਰ ਦੋਸਤ ਨੇ ਹੀ ਕਰਵਾਇਆ ਸੀ। ਇਸ ਲਈ ਮੇਰਾ ਹੋਣ ਵਾਲਾ ਪਤੀ ਮੇਰੇ ਲਈ ਬਿਲਕੁਲ ਅਣਜਾਣ ਸੀ। ਦੋਵੇਂ ਪਰਿਵਾਰਾਂ ਦੀ ਮਰਜ਼ੀ ਨਾਲ ਸਾਡਾ ਰਿਸ਼ਤਾ ਪੱਕਾ ਹੋ ਗਿਆ ਸੀ ਤੇ ਕੁਝ ਦਿਨ ਬਾਅਦ ਹੀ ਸਾਡਾ ਵਿਆਹ ਵੀ ਹੋ ਗਿਆ। ਮੇਰੇ ਵਿਆਹ ਦੀ ਪਹਿਲੀ ਰਾਤ ਜਦੋਂ ਮੇਰੇ ਪਤੀ ਨਾਲ ਮੇਰੀ ਮੁਲਾਕਾਤ ਹੋਈ ਤਾਂ ਮੈਨੂੰ ਉਹਨਾਂ ਦਾ ਸੁਭਾਅ ਬਹੁਤ ਪਸੰਦ ਆਇਆ ਸੀ। ਮੇਰਾ ਸਹੁਰਾ ਵੀ ਬਸ ਠੀਕ ਠਾਕ ਹੀ ਸੀ। ਘਰ ਤਾਂ ਥੋੜਾ ਛੋਟਾ ਸੀ, ਪਰ ਮੇਰੇ ਪਤੀ ਦੀ ਕਮਾਈ ਚੰਗੀ ਸੀ। ਇਸ ਲਈ ਮੇਰੀ ਮਾਂ ਨੇ ਮੈਨੂੰ ਸਮਝਾਇਆ ਸੀ ਕਿ ਘਰ ਨਾਲ ਕੁਝ ਨਹੀਂ ਹੁੰਦਾ, ਮੁੰਡੇ ਦੀ ਕਮਾਈ ਚੰਗੀ ਹੋਣੀ ਚਾਹੀਦੀ ਹੈ। ਮੈਂ ਵੀ ਇਸ ਗੱਲ ਨੂੰ ਸਵੀਕਾਰ ਕਰ ਲਿਆ ਸੀ। ਵਿਆਹ ਦੇ 4 ਦਿਨ ਬਾਅਦ ਹੀ ਮੇਰੇ ਪਤੀ ਨੇ ਆਪਣਾ ਸਮਾਨ ਪੈਕ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਉਹਨਾਂ ਨੂੰ ਕਤਰ ਵਾਪਸ ਜਾਣਾ ਸੀ। ਤੇ ਇਹ ਗੱਲ ਸੁਣ ਕੇ ਮੈਂ ਰੋਣ ਲੱਗੀ ਸੀ। ਹੁਣੇ ਤਾਂ ਸਾਡੇ ਵਿਆਹ ਨੂੰ 3-4 ਦਿਨ ਹੀ ਹੋਏ ਸੀ ਤੇ ਮੇਰੇ ਪਤੀ ਨਰੇਸ਼ ਮੈਨੂੰ ਇਕੱਲਾ ਛੱਡ ਕੇ ਜਾ ਰਹੇ ਸੀ। ਮੈਂ ਉਹਨਾਂ ਬਿਨਾਂ ਇੱਥੇ ਕਿਵੇਂ ਰਹੂੰਗੀ? ਹਾਲੇ ਤੱਕ ਤਾਂ ਅਸੀਂ ਇੱਕ ਦੂਜੇ ਨੂੰ ਠੀਕ ਤਰ੍ਹਾਂ ਨਾਲ ਜਾਣਿਆ ਵੀ ਨਹੀਂ ਸੀ। ਮੈਂ ਆਪਣੀ ਜ਼ਿੰਦਗੀ ਆਪਣੇ ਪਤੀ ਨਾਲ ਗੁਜ਼ਾਰਨਾ ਚਾਹੁੰਦੀ ਸੀ। ਵਿਆਹ ਤੋਂ ਪਹਿਲਾਂ ਮੈਨੂੰ ਇਹ ਗੱਲ ਤਾਂ ਪਤਾ ਸੀ ਕਿ ਮੇਰਾ ਪਤੀ ਬਹੁਤ ਸਾਲਾਂ ਤੋਂ ਹੀ ਕਤਰ ਵਿੱਚ ਨੌਕਰੀ ਕਰਦਾ ਹੈ, ਪਰ ਜਦੋਂ ਵਿਆਹ ਦੇ ਬਾਅਦ ਉਹ 3-4 ਦਿਨ ਬਾਅਦ ਹੀ ਜਾਣ ਲੱਗਿਆ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਕਿਉਂਕਿ ਮੈਨੂੰ ਤਾਂ ਇਹ ਨਹੀਂ ਪਤਾ ਸੀ ਕਿ ਉਹ ਅਚਾਨਕ ਇੰਨੀ ਜਲਦੀ ਕਤਰ ਜਾਣ ਦੀ ਤਿਆਰੀ ਕਰਨ ਲੱਗਣਗੇ। ਮੈਂ ਸੋਚਿਆ ਸੀ ਕਿ ਸ਼ਾਇਦ ਉਹ 1-2 ਮਹੀਨੇ ਇੱਥੇ ਰੁਕਣਗੇ, ਮੈਨੂੰ ਘੁਮਾਉਣਗੇ ਫਿਰਾਉਣਗੇ, ਉਹਨਾਂ ਦੀ ਮੇਰੇ ਨਾਲ ਚੰਗੀ ਖਾਸੀ ਗੱਲਬਾਤ ਹੋਵੇਗੀ, ਪਰ ਇੱਦਾਂ ਕੁਝ ਵੀ ਨਹੀਂ ਹੋਇਆ ਸੀ। ਉਹ ਤਾਂ 3-4 ਦਿਨਾਂ ਵਿੱਚ ਹੀ ਇੱਥੋਂ ਜਾਣ ਦੀ ਤਿਆਰੀ ਵਿੱਚ ਲੱਗ ਗਏ। ਮੈਂ ਆਪਣੀਆਂ ਅੱਖਾਂ ਵਿੱਚ ਹੰਝੂ ਭਰ ਕੇ ਆਪਣੇ ਪਤੀ ਨੂੰ ਕਿਹਾ ਵੀ ਸੀ ਕਿ ਮੈਂ ਤੁਹਾਡੇ ਬਿਨਾਂ ਕਿਵੇਂ ਰਹੂੰਗੀ। ਮੇਰੀ ਗੱਲ ਸੁਣ ਕੇ ਮੇਰੇ ਪਤੀ ਕਹਿਣ ਲੱਗੇ, ਮੇਰੀ ਮਜਬੂਰੀ ਹੈ, ਉੱਥੇ ਮੇਰੀ ਨੌਕਰੀ ਲੱਗੀ ਹੋਈ ਹੈ, ਮੈਂ ਜ਼ਿਆਦਾ ਸਮੇਂ ਤੱਕ ਇੱਥੇ ਨਹੀਂ ਰਹਿ ਸਕਦਾ, ਨਹੀਂ ਮੇਰੀ ਨੌਕਰੀ ਖਤਰੇ ਵਿੱਚ ਪੈ ਜਾਵੇਗੀ। ਵੈਸੇ ਤਾਂ ਮੈਂ ਇੱਥੇ 2 ਮਹੀਨਿਆਂ ਦੀ ਛੁੱਟੀ ਤੇ ਆਇਆ ਸੀ, ਪਰ ਕੰਪਨੀ ਨੇ ਅਚਾਨਕ ਤੋਂ ਹੀ ਮੇਰੀਆਂ ਛੁੱਟੀਆਂ ਰੱਦ ਕਰਕੇ ਮੈਨੂੰ ਵਾਪਸ ਬੁਲਾ ਲਿਆ ਹੈ। ਸ਼ਾਇਦ ਉੱਥੇ ਕੰਮ ਜ਼ਿਆਦਾ ਹੈ, ਇਸ ਲਈ ਬਾਰ-ਬਾਰ ਮੇਰੇ ਕੋਲ ਉੱਥੋਂ ਫੋਨ ਆ ਰਹੇ ਹਨ। ਇਹ ਸੁਣ ਕੇ ਮੇਰੀਆਂ ਅੱਖਾਂ ਭਰ ਆਈਆਂ ਸੀ ਤੇ ਮੈਨੂੰ ਗੁੱਸਾ ਵੀ ਆ ਰਿਹਾ ਸੀ ਇਸ ਗੱਲ ਤੇ ਕਿ ਮੈਨੂੰ ਕਿਸੇ ਪਰਦੇਸੀ ਇਨਸਾਨ ਨਾਲ ਵਿਆਹ ਹੀ ਨਹੀਂ ਕਰਨਾ ਚਾਹੀਦਾ ਸੀ। ਇੱਕ ਪਰਦੇਸੀ ਇਨਸਾਨ ਨਾਲ ਵਿਆਹ ਕਰਨਾ ਬਹੁਤ ਹੀ ਮੁਸ਼ਕਿਲ ਕੰਮ ਹੈ। ਇਸ ਗੱਲ ਦਾ ਅਹਿਸਾਸ ਮੈਨੂੰ ਅੱਜ ਹੋ ਰਿਹਾ ਸੀ। ਮੇਰੇ ਪਤੀ ਨੇ ਆਪਣਾ ਸਮਾਨ ਪੈਕ ਕੀਤਾ ਤੇ ਮੈਨੂੰ ਕਹਿਣ ਲੱਗੇ ਕਿ ਮੈਂ ਥੋੜੀ ਦੇਰ ਲਈ ਬਾਜ਼ਾਰ ਜਾ ਰਿਹਾ ਹਾਂ। ਤੇ ਜਦੋਂ ਉਹ ਘਰ ਵਾਪਸ ਆਏ ਤਾਂ ਮੈਂ ਦੇਖਿਆ ਕਿ ਉਹ ਲਗਭਗ 15-20 ਕਿਲੋ ਫਿਟਕੜੀ ਲੈ ਕੇ ਆਏ ਸੀ ਤੇ ਮੈਨੂੰ ਕਹਿਣ ਲੱਗੇ ਕਿ ਇਹ ਸਾਰੀ ਫਿਟਕੜੀ ਮੇਰੇ ਸਮਾਨ ਵਿੱਚ ਰੱਖ ਦੇ। ਇੰਨੀ ਸਾਰੀ ਫਿਟਕੜੀ ਦੇਖ ਕੇ ਮੈਂ ਹੈਰਾਨ ਹੋ ਗਈ ਸੀ ਤੇ ਮੈਂ ਕਿਹਾ, ਤੁਸੀਂ ਉੱਥੇ ਜਾ ਕੇ ਇਸ ਦਾ ਕੀ ਕਰੋਗੇ? ਇਹ ਤਾਂ ਬਹੁਤ ਸਾਰੀ ਫਿਟਕੜੀ ਹੈ, ਇਸ ਦਾ ਭਲਾ ਤੁਹਾਨੂੰ ਕੀ ਕੰਮ ਹੈ? ਤੇ ਇਸ ਨਾਲ ਤਾਂ ਤੁਹਾਡੇ ਸਮਾਨ ਦਾ ਵਜ਼ਨ ਵੀ ਵੱਧ ਜਾਵੇਗਾ ਤੇ ਫਿਰ ਅਲੱਗ ਤੋਂ ਫਿਟਕੜੀ ਦੇ ਪੈਸੇ ਵੀ ਭਰਨੇ ਪੈਣਗੇ। ਕੀ ਉੱਥੇ ਵੀ ਸਾਡੇ ਇਲਾਕੇ ਦੀ ਤਰ੍ਹਾਂ ਗੰਦਾ ਪਾਣੀ ਆਉਂਦਾ ਹੈ ਜਿਸ ਨੂੰ ਸਾਫ਼ ਕਰਨ ਲਈ ਤੁਸੀਂ ਫਿਟਕੜੀ ਲੈ ਕੇ ਜਾ ਰਹੇ ਹੋ? ਮੈਂ ਆਪਣੇ ਹਿਸਾਬ ਨਾਲ ਹੀ ਆਪਣੇ ਪਤੀ ਨੂੰ ਇਹ ਸਾਰੀ ਗੱਲ ਕਹਿ ਦਿੱਤੀ ਸੀ, ਕਿਉਂਕਿ ਮੇਰੀ ਮਾਂ ਹਮੇਸ਼ਾ ਹੀ
ਭਾਂਡਿਆਂ ਨੂੰ ਸਾਫ਼ ਕਰ ਲਈ ਥੋੜੇ ਜਿਹੇ ਭਾਂਡੇ ਵਿੱਚ ਫਿਟਕੜੀ ਪਾ ਕੇ ਬਰਤਨਾਂ ਨੂੰ ਘੁਮਾ ਕੇ ਨਿਕਾਲ ਲਿਆ ਕਰਦੀ ਸੀ। ਮਾਂ ਕਹਿੰਦੀ ਸੀ ਇਦਾਂ ਕਰਨ ਨਾਲ ਬਰਤਨ ਬਿਲਕੁਲ ਸਾਫ਼ ਹੋ ਜਾਂਦੇ ਹਨ ਤੇ ਪਾਣੀ ਦੇ ਕੀਟਾਣੂ ਭਾਂਡਿਆਂ ਤੇ ਨਹੀਂ ਲੱਗਦੇ। ਮੇਰੀ ਗੱਲ ਸੁਣ ਕੇ ਨਰੇਸ਼ ਹੱਸਣ ਲੱਗਿਆ ਤੇ ਕਹਿਣ ਲੱਗਿਆ, ਇਹ ਤੇਰੇ ਇਲਾਕੇ ਵਿੱਚ ਬਰਤਨ ਸਾਫ਼ ਕਰਨ ਲਈ ਇਸਤੇਮਾਲ ਕੀਤੀ ਜਾਂਦੀ ਹੋਵੇਗੀ, ਪਰ ਉੱਥੇ ਤਾਂ ਸ਼ੁੱਧ ਪਾਣੀ ਆਉਂਦਾ ਹੈ, ਬਿਲਕੁਲ ਸਾਫ਼ ਪਾਣੀ ਮਿਲਦਾ ਹੈ। ਕਤਰ ਦੀਆਂ ਔਰਤਾਂ ਇਸ ਦਾ ਕੁਝ ਹੋਰ ਹੀ ਇਸਤੇਮਾਲ ਕਰਦੀਆਂ ਹਨ। ਇਹ ਗੱਲ ਮੈਨੂੰ ਠੀਕ ਤਰ੍ਹਾਂ ਨਾਲ ਨਹੀਂ ਪਤਾ ਹੈ, ਪਰ ਮੈਨੂੰ ਇੰਨਾ ਜ਼ਰੂਰ ਪਤਾ ਹੈ ਕਿ ਉੱਥੇ ਇਸ ਦੀ ਵੈਲਿਊ ਬਹੁਤ ਜ਼ਿਆਦਾ ਹੈ। ਕਤਰ ਦੀਆਂ ਔਰਤਾਂ ਫਿਟਕੜੀ ਨੂੰ ਦੁੱਗਣੇ ਰੇਟ ਵਿੱਚ ਖਰੀਦਣ ਲਈ ਵੀ ਤਿਆਰ ਰਹਿੰਦੀਆਂ ਹਨ। ਲਗਭਗ ਹਰ ਇੱਕ ਔਰਤ ਦੇ ਘਰ ਵਿੱਚ ਇਹ ਫਿਟਕੜੀ ਮੌਜੂਦ ਹੁੰਦੀ ਹੈ। ਮੈਂ ਜਦੋਂ ਵੀ ਉੱਥੇ ਆਉਂਦਾ ਹਾਂ ਤਾਂ ਵਾਪਸੀ ਤੇ ਫਿਟਕੜੀ ਜ਼ਰੂਰ ਲੈ ਕੇ ਜਾਂਦਾ ਹਾਂ। ਨਰੇਸ਼ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ ਸੀ। ਉੱਥੇ ਤਾਂ ਹਰ ਦੁਕਾਨ ਤੇ ਹੀ ਫਿਟਕੜੀ ਮੌਜੂਦ ਹੁੰਦੀ ਸੀ। ਇਸ ਸਮੇਂ ਮੈਂ ਸਭ ਕੁਝ ਭੁੱਲ ਕੇ ਆਪਣੇ ਪਤੀ ਦੀ ਟੈਨਸ਼ਨ ਲੈ ਰਹੀ ਸੀ। ਮੇਰੇ ਲਈ ਸਭ ਤੋਂ ਵੱਡੀ ਪਰੇਸ਼ਾਨੀ ਮੇਰੇ ਪਤੀ ਦੀ ਜੁਦਾਈ ਸੀ। ਮੈਂ ਉਹਨਾਂ ਦੇ ਸਮਾਨ ਵਿੱਚ ਫਿਟਕੜੀ ਰੱਖ ਤਾਂ ਦਿੱਤੀ ਸੀ। ਮੈਂ ਰੋਂਦੇ ਹੋਏ ਨਰੇਸ਼ ਨੂੰ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਮੈਨੂੰ ਵੀ ਤੁਸੀਂ ਆਪਣੇ ਕੋਲ ਬੁਲਾ ਲੈਣਾ। ਮੈਂ ਨਰੇਸ਼ ਨੂੰ ਦੇਖ ਕੇ ਇੰਨੀ ਬੁਰੀ ਤਰ੍ਹਾਂ ਨਾਲ ਰੋ ਰਹੀ ਸੀ ਕਿ ਮੇਰੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸੀ। ਹੁਣੇ ਤਾਂ ਅਸੀਂ ਦੋਵਾਂ ਨੇ ਆਪਣੀ ਖੂਬਸੂਰਤ ਜ਼ਿੰਦਗੀ ਦੀ ਸ਼ੁਰੂਆਤ ਵੀ ਨਹੀਂ ਕੀਤੀ ਸੀ ਤੇ ਇੰਨੀ ਜਲਦੀ ਹੀ ਜੁਦਾਈ ਦਾ ਸਮਾਂ ਵੀ ਆ ਗਿਆ ਸੀ। ਨਰੇਸ਼ ਦੇ ਬਿਨਾਂ ਸਹੁਰੇ ਰਹਿਣ ਦਾ ਸੋਚ ਕੇ ਹੀ ਮੈਨੂੰ ਅੰਦਰ ਤੋਂ ਘੁਟਨ ਮਹਿਸੂਸ ਹੋ ਰਹੀ ਸੀ। ਮੈਨੂੰ ਇਸ ਤਰ੍ਹਾਂ ਰੋਂਦਾ ਹੋਇਆ ਦੇਖ ਕੇ ਨਰੇਸ਼ ਕਹਿਣ ਲੱਗਾ, ਤੂੰ ਜ਼ਿਆਦਾ ਪਰੇਸ਼ਾਨ ਨਾ ਹੋ, ਉੱਥੇ ਜਾਂਦੇ ਹੀ ਮੈਂ ਤੈਨੂੰ ਬੁਲਾਉਣ ਦਾ ਇੰਤਜ਼ਾਮ ਕਰ ਲਵਾਂਗਾ। ਮੈਂ ਜਾਣਦੀ ਸੀ ਇਹ ਸਾਰੇ ਝੂਠੇ ਬਹਾਨੇ ਹਨ, ਪਰ ਸਿਵਾਏ ਹੰਝੂ ਬਹਾਉਣ ਦੇ ਮੇਰੇ ਕੋਲ ਹੋਰ ਕੋਈ ਰਸਤਾ ਵੀ ਨਹੀਂ ਸੀ। ਮੇਰੀਆਂ ਦੋਵੇਂ ਛੋਟੀਆਂ ਨਨਾਣਾਂ ਬਹੁਤ ਹੀ ਜ਼ਿਆਦਾ ਚਲਾਕ ਸੀ। ਸਸਤਾ ਬਿਮਾਰ ਰਹਿੰਦੀ ਸੀ, ਇਸ ਲਈ ਆਪਣੇ ਕਮਰੇ ਤੋਂ ਜ਼ਿਆਦਾ ਬਾਹਰ ਨਹੀਂ ਨਿਕਲਦੀ ਸੀ। ਪਰ ਮੇਰੀਆਂ ਦੋਵੇਂ ਨਨਾਣਾਂ ਹਰ ਸਮੇਂ ਮੇਰੇ ਤੇ ਨਜ਼ਰ ਰੱਖਦੀਆਂ ਸੀ। ਉਹਨਾਂ ਨੂੰ ਮੇਰੇ ਹੰਝੂ ਨਾਟਕ ਲੱਗਦੇ ਸੀ। ਉਹਨਾਂ ਦਾ ਕਹਿਣਾ ਸੀ ਕਿ ਉਹ ਵੀ ਤਾਂ ਆਪਣੇ ਭਰਾ ਦੀ ਜੁਦਾਈ ਇੰਨੇ ਸਾਲਾਂ ਤੋਂ ਬਰਦਾਸ਼ਤ ਕਰ ਰਹੀਆਂ ਹਨ। ਖੈਰ, ਨਰੇਸ਼ ਮੈਨੂੰ ਛੱਡ ਕੇ ਚਲੇ ਗਏ ਸੀ, ਪਰ ਜਦੋਂ ਵੀ ਉਹਨਾਂ ਦਾ ਫੋਨ ਆਉਂਦਾ ਉਹਨਾਂ ਦੀਆਂ ਭੈਣਾਂ ਫੋਨ ਤੇ ਆਪਣੇ ਭਰਾ ਨਾਲ ਮੇਰੀ ਬਹੁਤ ਜ਼ਿਆਦਾ ਬੁਰਾਈ ਕਰਿਆ ਕਰਦੀਆਂ ਸੀ। ਉਹ ਇਹਨਾਂ ਸਾਰੀਆਂ ਗੱਲਾਂ ਤੋਂ ਬਹੁਤ ਤੰਗ ਆ ਗਏ ਸੀ। ਮੇਰਾ ਪਤੀ ਵੀ ਮੇਰੇ ਬਿਨਾਂ ਤੜਫ ਰਿਹਾ ਸੀ। ਉਹ ਰੋਜ਼ ਮੇਰੇ ਨਾਲ ਫੋਨ ਤੇ ਗੱਲ ਕਰਿਆ ਕਰਦਾ ਸੀ ਤੇ ਕਹਿੰਦਾ ਸੀ, ਨੇਹਾ, ਤੇਰੇ ਬਿਨਾਂ ਮੇਰਾ ਦਿਲ ਨਹੀਂ ਲੱਗਦਾ। ਮੈਨੂੰ ਤੇਰੀ ਬਹੁਤ ਯਾਦ ਆਉਂਦੀ ਹੈ। ਤੇਰੇ ਨਾਲ ਬਿਤਾਏ ਹੋਏ ਉਹ 3-4 ਦਿਨ ਮੈਨੂੰ ਹੁਣ ਤੱਕ ਬਹੁਤ ਯਾਦ ਆਉਂਦੇ ਹਨ, ਪਰ ਅਗਲੇ ਹੀ ਪਲ ਵਿੱਚ ਉਦਾਸ ਹੋ ਜਾਂਦਾ ਹਾਂ। ਤੇ ਫਿਰ ਇੱਕ ਦਿਨ ਮੇਰੇ ਪਤੀ ਨੇ ਮੈਨੂੰ ਕੁਝ ਇਦਾਂ ਦਾ ਦੱਸਿਆ ਕਿ ਜਿਸ ਨੂੰ ਸੁਣ ਕੇ ਮੈਂ ਬਹੁਤ ਜ਼ਿਆਦਾ ਖੁਸ਼ ਹੋ ਗਈ ਸੀ। ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਮੈਨੂੰ ਆਪਣੇ ਕੋਲ ਕਤਰ ਬੁਲਾ ਰਹੇ ਹਨ। ਉਹ ਸਾਰੀ ਕਾਰਵਾਈ ਕਰ ਚੁੱਕੇ ਹਨ। ਉਹਨਾਂ ਨੇ ਮੇਰੇ ਪੇਪਰ ਵੀ ਭੇਜ ਦਿੱਤੇ ਸੀ। ਇਹ ਸੁਣ ਕੇ ਜਿੱਥੇ ਮੈਂ ਖੁਸ਼ ਹੋ ਰਹੀ ਸੀ, ਉੱਥੇ ਹੀ ਮੇਰੀਆਂ ਨਨਾਣਾਂ ਦੇ ਚਿਹਰੇ ਦਾ ਰੰਗ ਬਦਲ ਗਿਆ ਸੀ। ਉਹ ਚਾਹੁੰਦੀ ਸੀ ਕਿ ਉਹਨਾਂ ਦਾ ਭਰਾ ਉਹਨਾਂ ਨੂੰ ਵੀ ਕਤਰ ਬੁਲਾ ਲਵੇ, ਪਰ ਮੈਂ ਆਪਣੀਆਂ ਨਨਾਣਾਂ ਨੂੰ ਨਜ਼ਰਅੰਦਾਜ਼ ਕਰਕੇ ਜਲਦੀ ਆਪਣੇ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਮੈਂ ਨਰੇਸ਼ ਨੂੰ ਪੁੱਛਿਆ ਕਿ ਤੁਹਾਡੇ ਲਈ ਇੱਥੋਂ ਕੋਈ ਸਮਾਨ ਲੈ ਕੇ ਆਵਾਂ, ਤਾਂ ਨਰੇਸ਼ ਨੇ ਮੈਨੂੰ ਕਿਹਾ ਕਿ ਤੂੰ ਮੇਰੇ ਲਈ 20 ਕਿਲੋ ਫਿਟਕੜੀ ਲੈ ਕੇ ਆਉਣਾ। ਇਹ ਸੁਣ ਕੇ ਮੈਂ ਹੈਰਾਨ ਹੋ ਗਈ ਸੀ। ਹੁਣੇ ਤਾਂ ਕੁਝ ਸਮਾਂ ਪਹਿਲਾਂ ਹੀ ਨਰੇਸ਼ 15-20 ਕਿਲੋ ਫਿਟਕੜੀ ਲੈ ਕੇ ਗਏ ਸੀ, ਪਰ ਹੁਣ ਫਿਰ 20 ਕਿਲੋ ਫਿਟਕੜੀ ਤਾਂ ਬਹੁਤ ਜ਼ਿਆਦਾ ਹੁੰਦੀ ਹੈ। ਮੇਰਾ ਆਪਣਾ ਸਮਾਨ ਵੀ ਚੰਗਾ ਖਾਸਾ ਸੀ, ਉੱਪਰ ਤੋਂ 20 ਕਿਲੋ ਫਿਟਕੜੀ ਰੱਖਣ ਦੀ ਵਜ੍ਹਾ ਨਾਲ ਮੈਨੂੰ ਬਹੁਤ ਜ਼ਿਆਦਾ ਵਜ਼ਨ ਦੀ ਵਜ੍ਹਾ ਨਾਲ ਪੈਸੇ ਵੀ ਦੇਣੇ ਪਏ ਸੀ। ਤੇ ਮੈਂ ਸੋਚਣ ਲੱਗੀ, ਪਤਾ ਨਹੀਂ ਇੰਨੀ ਸਾਰੀ ਫਿਟਕੜੀ ਦਾ ਇਹ ਕਤਰ ਦੀਆਂ ਔਰਤਾਂ ਕੀ ਕਰਦੀਆਂ ਹਨ। ਮੇਰੇ ਲਈ ਇੰਨਾ ਭਾਰੀ ਸਮਾਨ ਸੰਭਾਲਣਾ ਬਹੁਤ ਮੁਸ਼ਕਲ ਹੋ ਰਿਹਾ ਸੀ। ਕੁਝ ਘੰਟੇ ਦੇ ਬਾਅਦ ਦੇ ਸਫ਼ਰ ਦੇ ਬਾਅਦ ਮੈਂ ਕਤਰ ਆਪਣੇ ਪਤੀ ਦੇ ਕੋਲ ਪਹੁੰਚ ਗਈ ਸੀ। ਏਅਰਪੋਰਟ ਤੇ ਨਰੇਸ਼ ਨੂੰ ਦੇਖ ਕੇ ਮੇਰੀ ਖੁਸ਼ੀ ਦੀ ਹੱਦ ਨਹੀਂ ਰਹੀ ਸੀ। ਮੇਰੇ ਪਤੀ ਨੇ ਮੈਨੂੰ ਦੇਖਦੇ ਹੀ ਪਹਿਲਾ ਸਵਾਲ ਇਹੀ ਪੁੱਛਿਆ ਕਿ ਤੂੰ ਫਿਟਕੜੀ ਲੈ ਕੇ ਆਈ ਹੈ ਜਾਂ ਨਹੀਂ। ਉਹਨਾਂ ਦੀ ਗੱਲ ਸੁਣ ਕੇ ਮੇਰਾ ਦਿਲ ਹੀ ਟੁੱਟ ਗਿਆ ਸੀ। ਉਹਨਾਂ ਨੂੰ ਮੇਰੇ ਨਾਲ ਮਿਲਣ ਤੋਂ ਜ਼ਿਆਦਾ ਫਿਟਕੜੀ ਦੀ ਚਿੰਤਾ ਹੋ ਰਹੀ ਸੀ, ਜਦੋਂ ਕਿ ਮੈਂ ਉਹਨਾਂ ਨੂੰ ਮਿਲਣ ਲਈ ਬਹੁਤ ਜ਼ਿਆਦਾ ਬੇਤਾਬ ਸੀ। ਮੈਂ ਖਾਮੋਸ਼ੀ ਨਾਲ ਫਿਟਕੜੀ ਦਾ ਭਰਿਆ ਹੋਇਆ ਥੈਲਾ ਕੱਢ ਕੇ ਉਹਨਾਂ ਨੂੰ ਦੇ ਦਿੱਤਾ, ਪਰ ਪਤਾ ਨਹੀਂ ਉਹ ਫਿਟਕੜੀ ਕਿਸ ਨੂੰ ਦੇ ਕੇ ਆ ਗਏ ਸੀ। ਵਾਪਸੀ ਤੇ ਉਹਨਾਂ ਦੇ ਕੋਲ ਬਹੁਤ ਸਾਰੇ ਪੈਸੇ ਸੀ। ਜਦੋਂ ਉਹ ਮੈਨੂੰ ਆਪਣੇ ਫਲੈਟ ਤੇ ਲੈ ਕੇ ਗਈ, ਉਹ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਨ ਲੱਗੀ ਤੇ ਮੇਰੇ ਨਾਲ ਬਹੁਤ ਚੰਗੀ ਤਰ੍ਹਾਂ ਪੇਸ਼ ਆ ਰਹੇ ਸੀ। ਹੁਣ ਮੈਨੂੰ ਉਹਨਾਂ ਨਾਲ ਸਵਾਲ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਤੇ ਫਿਰ ਬਾਅਦ ਵਿੱਚ ਮੈਂ ਭੁੱਲ ਗਈ ਸੀ ਕਿ ਉਹ ਆਖਰ ਫਿਟਕੜੀ ਦਾ ਕਰਦੇ ਕੀ ਹਨ। ਥੋੜੀ ਦੇਰ ਬਾਅਦ ਜਦੋਂ ਗੱਲਾਂ ਹੀ ਗੱਲਾਂ ਵਿੱਚ ਫਿਟਕੜੀ ਦਾ ਕੋਈ ਜ਼ਿਕਰ ਆਇਆ ਤਾਂ ਮੈਂ ਆਪਣੇ ਪਤੀ ਨਰੇਸ਼ ਨੂੰ ਪੁੱਛਿਆ ਕਿ ਆਖਰ ਤੁਸੀਂ ਉਹ ਫਿਟਕੜੀ ਕਿਸ ਨੂੰ ਦੇ ਕੇ ਆਏ ਹੋ। ਪਰ ਫਿਰ ਤੋਂ ਮੈਂ ਆਪਣੇ ਪਤੀ ਦੀਆਂ ਗੱਲਾਂ ਵਿੱਚ ਸਭ ਕੁਝ ਭੁੱਲ ਗਈ ਸੀ। ਸੱਚ ਕਹਾਂ ਤਾਂ ਮੈਨੂੰ ਵਿਸ਼ਵਾਸ ਹੀ ਨਹੀਂ ਆ ਰਿਹਾ ਸੀ ਕਿ
ਮੇਰੇ ਪਤੀ ਨੇ ਮੈਨੂੰ ਆਪਣੇ ਕੋਲ ਬੁਲਾ ਲਿਆ ਹੈ। 2 ਮਹੀਨੇ ਮੈਂ ਆਪਣੇ ਪਤੀ ਨਾਲ ਬਹੁਤ ਹੀ ਚੰਗੇ ਗੁਜ਼ਾਰੇ ਸੀ। 2 ਮਹੀਨੇ ਕਿਸ ਤਰ੍ਹਾਂ ਨਾਲ ਆਪਣੇ ਪਤੀ ਨਾਲ ਹੱਸੀ ਖੁਸ਼ੀ ਗੁਜ਼ਰ ਗਏ ਸੀ, ਪਤਾ ਹੀ ਨਹੀਂ ਚੱਲਿਆ ਸੀ। ਪਰ 2 ਮਹੀਨੇ ਪੂਰੇ ਹੁੰਦੇ ਹੀ ਮੇਰੇ ਪਤੀ ਮੈਨੂੰ ਕਹਿਣ ਲੱਗੇ, ਹੁਣ ਤੈਨੂੰ ਇੱਥੇ ਰੱਖਣਾ ਮੇਰੇ ਲਈ ਪੋਸੀਬਲ ਨਹੀਂ ਹੈ, ਚੰਗਾ ਇਹੀ ਹੋਵੇਗਾ ਕਿ ਤੂੰ ਵਾਪਸ ਹਿੰਦੁਸਤਾਨ ਹੀ ਚਲੀ ਜਾ। ਨਰੇਸ਼ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਸੀ ਤੇ ਮੇਰੇ ਹੋਸ਼ ਉੱਡ ਗਏ। ਮੈਂ ਕਿਹਾ, ਇਹ ਤੁਸੀਂ ਕਿੱਦਾਂ ਦੀ ਗੱਲ ਕਰ ਰਹੇ ਹੋ? ਤੁਹਾਡੇ ਬਿਨਾਂ ਮੇਰੀ ਉੱਥੇ ਕੋਈ ਜ਼ਿੰਦਗੀ ਨਹੀਂ ਹੈ। ਮੈਂ ਤਾਂ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਕਹਿ ਕੇ ਆਈ ਹਾਂ ਕਿ ਹੁਣ ਮੈਂ ਹਮੇਸ਼ਾ ਤੁਹਾਡੇ ਨਾਲ ਕਤਰ ਵਿੱਚ ਹੀ ਰਹੂੰਗੀ। ਵੈਸੇ ਵੀ ਮੈਂ ਉੱਥੇ ਜਾ ਕੇ ਕੀ ਕਰੂੰਗੀ? ਉਹ ਕਹਿਣ ਲੱਗੇ ਕਿ ਇੱਥੇ ਦੇ ਖਰਚੇ ਬਹੁਤ ਜ਼ਿਆਦਾ ਹੋ ਗਏ ਹਨ ਤੇ ਘਰ ਭੇਜਣ ਲਈ ਪੈਸੇ ਨਹੀਂ ਬਚ ਰਹੇ ਹਨ। ਮੈਨੂੰ ਆਪਣੇ ਪਰਿਵਾਰ ਦਾ ਖਰਚਾ ਵੀ ਉਠਾਉਣਾ ਹੈ। ਮੇਰੀ ਮਾਂ ਬਾਰ-ਬਾਰ ਪੈਸਿਆਂ ਲਈ ਫੋਨ ਕਰ ਰਹੀ ਹੈ ਤੇ ਭੈਣਾਂ ਦੀ ਵੀ ਸਕੂਲ ਦੀ ਫੀਸ ਜਮ੍ਹਾਂ ਕਰਨੀ ਹੈ। ਉਹ ਵੀ ਮੈਨੂੰ ਰੋਜ਼ ਫੋਨ ਕਰਕੇ ਤੰਗ ਕਰ ਰਹੀਆਂ ਹਨ ਤੇ ਤੇਰੇ ਇੱਥੇ ਹੋਣ ਦੀ ਵਜ੍ਹਾ ਨਾਲ ਮੇਰੇ ਸਾਰੇ ਪੈਸੇ ਖਰਚ ਹੋ ਜਾਂਦੇ ਹਨ। ਮੈਂ ਗੁੱਸਾ ਕਰਦੇ ਹੋਏ ਆਪਣੇ ਪਤੀ ਨੂੰ ਕਿਹਾ ਕਿ ਜੇ ਇਦਾਂ ਦੀ ਗੱਲ ਹੈ ਤਾਂ ਫਿਰ ਮੈਂ ਵੀ ਇੱਥੇ ਕੋਈ ਨੌਕਰੀ ਕਰ ਲੈਂਦੀ ਹਾਂ, ਮੈਂ ਆਪਣਾ ਖਰਚਾ ਖੁਦ ਉਠਾ ਲਵਾਂਗੀ। ਪਰ ਹੁਣ ਮੈਂ ਤੁਹਾਨੂੰ ਛੱਡ ਕੇ ਵਾਪਸ ਨਹੀਂ ਜਾਊਂਗੀ। ਮੈਂ ਉੱਥੇ ਇਕੱਲੇ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ। ਮੇਰੀ ਗੱਲ ਸੁਣ ਕੇ ਨਰੇਸ਼ ਕਹਿਣ ਲੱਗਿਆ, ਤੈਨੂੰ ਭਲਾ ਕੀ ਕਮਾਉਂਦਾ ਹੈ? ਤੂੰ ਕੀ ਨੌਕਰੀ ਕਰੇਗੀ ਇੱਥੇ? ਬਹੁਤ ਦੇਰ ਤੱਕ ਸੋਚਣ ਤੋਂ ਬਾਅਦ ਮੈਂ ਨਰੇਸ਼ ਨੂੰ ਕਹਿ ਦਿੱਤਾ ਕਿ ਮੈਨੂੰ ਲੋਕਾਂ ਦੇ ਘਰ ਵਿੱਚ ਝਾੜੂ ਭਾਂਡੇ ਹੀ ਕਿਉਂ ਨਾ ਕਰਨੇ ਪੈ ਜਾਵੇ, ਪਰ ਮੈਂ ਸਭ ਕੁਝ ਕਰ ਲਵਾਂਗੀ, ਪਰ ਇੱਥੋਂ ਵਾਪਸ ਨਹੀਂ ਜਾਊਂਗੀ। ਨਰੇਸ਼ ਨੂੰ ਮੇਰੀ ਗੱਲ ਮਜ਼ਾਕ ਲੱਗਣ ਲੱਗੀ ਸੀ, ਪਰ ਮੈਂ ਆਲੇ ਦੁਆਲੇ ਦੇ ਫਲੈਟਾਂ ਵਾਲਿਆਂ ਨੂੰ ਕਹਿ ਕੇ ਕੁਝ ਪਰਿਵਾਰਾਂ ਵਿੱਚ ਘਰ ਦਾ ਕੰਮ ਲੱਭ ਲਿਆ ਸੀ। ਉਹਨਾਂ ਦਿਨਾਂ ਮੇਰੀ ਬਹੁਤ ਲੋਕਾਂ ਨਾਲ ਜਾਣ ਪਛਾਣ ਹੋ ਗਈ ਸੀ, ਕਿਉਂਕਿ ਅਸੀਂ ਜਿਸ ਜਗ੍ਹਾ ਤੇ ਰਹਿੰਦੇ ਸੀ ਉੱਥੇ ਜ਼ਿਆਦਾ ਹਿੰਦੁਸਤਾਨੀ ਪਰਿਵਾਰ ਹੀ ਰਹਿੰਦੇ ਸੀ। ਇਸ ਸਮੇਂ ਮੇਰੀ ਜਾਣ ਪਛਾਣ ਵਾਲੀਆਂ ਔਰਤਾਂ ਮੇਰੇ ਕੰਮ ਆ ਗਈਆਂ ਸੀ। 2-3 ਐਵੇਂ ਦੀਆਂ ਫੈਮਲੀਆਂ ਸੀ ਜਿਨ੍ਹਾਂ ਨੂੰ ਖਾਣਾ ਬਣਾਉਣ ਲਈ ਔਰਤਾਂ ਦੀ ਤਲਾਸ਼ ਸੀ। ਇਸ ਲਈ ਉਹਨਾਂ ਨੇ ਮੈਨੂੰ ਆਪਣੇ ਘਰ ਕੰਮ ਕਰਨ ਲਈ ਰੱਖ ਲਿਆ। ਮੇਰੀ ਜਾਣ ਪਛਾਣ ਵਾਲੀਆਂ ਫੈਮਲੀਆਂ ਨੇ ਮੈਨੂੰ ਦੱਸਿਆ ਕਿ ਕਤਰ ਦੇ ਲੋਕ ਭਾਰਤੀ ਲੋਕਾਂ ਦੇ ਹੱਥ ਦਾ ਖਾਣਾ ਬਹੁਤ ਪਸੰਦ ਕਰਦੇ ਹਨ ਤੇ ਸਿਰਫ ਭਾਰਤੀ ਔਰਤਾਂ ਨੂੰ ਹੀ ਖਾਣਾ ਪਕਾਉਣ ਲਈ ਰੱਖਣਾ ਉਹਨਾਂ ਦੀ ਸਭ ਤੋਂ ਪਹਿਲੀ ਪਸੰਦ ਹੁੰਦਾ ਹੈ। ਮੈਨੂੰ 3-4 ਘਰਾਂ ਵਿੱਚ ਇਕੱਠੇ ਕੰਮ ਕਰਨ ਦਾ ਮੌਕਾ ਮਿਲ ਗਿਆ ਸੀ। ਮੈਂ ਇਸ ਗੱਲ ਨਾਲ ਬਹੁਤ ਖੁਸ਼ ਸੀ ਤੇ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਸੀ। ਕਿਸੇ ਦੇ ਘਰ ਮੈਨੂੰ ਸਿਰਫ ਖਾਣਾ ਪਕਾਉਣ ਦੀ ਨੌਕਰੀ ਮਿਲ ਗਈ ਸੀ ਤਾਂ ਕਿਸੇ ਦੇ ਘਰ ਸਿਰਫ ਝਾੜੂ ਭਾਂਡੇ ਕਰਨ ਦੀ ਨੌਕਰੀ ਮਿਲ ਗਈ ਸੀ। ਮੈਨੂੰ ਕੰਮ ਕਰਨ ਦੇ ਚੰਗੇ ਖਾਸੇ ਪੈਸੇ ਮਿਲ ਰਹੇ ਸੀ, ਜਿਸ ਨਾਲ ਆਸਾਨੀ ਵਿੱਚ ਮੈਂ ਆਪਣੇ ਪਤੀ ਨਰੇਸ਼ ਨਾਲ ਰਹਿ ਸਕਦੀ ਸੀ। ਖਾਣਾ ਪਕਾਉਣਾ ਤਾਂ ਮੈਂ ਪਹਿਲਾਂ ਤੋਂ ਹੀ ਜਾਣਦੀ ਸੀ, ਕਿਉਂਕਿ ਕੁਕਿੰਗ ਵਿੱਚ ਤਾਂ ਮੈਂ ਵਿਆਹ ਤੋਂ ਪਹਿਲਾਂ ਤੋਂ ਹੀ ਬਿਲਕੁਲ ਪਰਫੈਕਟ ਸੀ। ਮੈਂ YouTube ਤੇ ਦੇਖ ਕੇ ਤਰ੍ਹਾਂ ਦੇ ਖਾਣੇ ਬਣਾਉਂਦੇ ਰਹਿੰਦੀ ਸੀ ਤੇ ਇਹੀ ਗੱਲ ਮੇਰੇ ਕੰਮ ਆਉਣ ਵਾਲੀ ਸੀ। ਰਾਤ ਨੂੰ ਜਦੋਂ ਨਰੇਸ਼ ਘਰ ਵਿੱਚ ਆਏ ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਨੂੰ ਆਲੇ ਦੁਆਲੇ ਦੇ ਘਰਾਂ ਵਿੱਚ ਖਾਣਾ ਬਣਾਉਣ ਤੇ ਸਾਫ਼ ਸਫਾਈ ਕਰਨ ਦੀ ਨੌਕਰੀ ਮਿਲ ਗਈ ਹੈ ਤੇ ਉਹਨਾਂ ਲੋਕਾਂ ਨੇ ਮੈਨੂੰ ਆਪਣੇ ਘਰ ਵਿੱਚ ਕੰਮ ਤੇ ਵੀ ਰੱਖ ਲਿਆ ਹੈ। ਇਹ ਗੱਲ ਸੁਣ ਕੇ ਮੇਰਾ ਪਤੀ ਹੈਰਾਨ ਰਹਿ ਗਿਆ ਸੀ ਤੇ ਕਹਿਣ ਲੱਗਿਆ, ਤੂੰ ਤਾਂ ਸੱਚ ਵਿੱਚ ਹੀ ਕੰਮ ਲੱਭ ਲਿਆ ਹੈ, ਪਰ ਮੈਂ ਤੈਨੂੰ ਦੂਜਿਆਂ ਦੇ ਘਰ ਵਿੱਚ ਜਾ ਕੇ ਕੰਮ ਕਰਨ ਦੀ ਆਗਿਆ ਨਹੀਂ ਦੇ ਸਕਦਾ। ਨਰੇਸ਼ ਨੇ ਮੇਰੀ ਸਾਰੀ ਖੁਸ਼ੀ ਮਿੱਟੀ ਵਿੱਚ ਮਿਲਾ ਦਿੱਤੀ ਸੀ, ਪਰ ਮੈਂ ਇੰਨੀ ਆਸਾਨੀ ਨਾਲ ਹਾਰ ਮੰਨਣ ਵਾਲੀ ਨਹੀਂ ਸੀ। ਨਰੇਸ਼ ਦੀ ਗੱਲ ਸੁਣ ਕੇ ਮੈਂ ਜ਼ੋਰ-ਜ਼ੋਰ ਨਾਲ ਰੋਣ ਲੱਗੀ। ਮੇਰੇ ਹੰਝੂਆਂ ਨੇ ਨਰੇਸ਼ ਦੇ ਦਿਲ ਨੂੰ ਮੋਮ ਕਰ ਦਿੱਤਾ ਸੀ। ਹੁਣ ਉਹ ਖੁਦ ਵੀ ਮੇਰੇ ਬਿਨਾਂ ਨਹੀਂ ਰਹਿਣਾ ਚਾਹੁੰਦੇ ਸੀ। ਮੈਂ ਚੰਗੀ ਤਰ੍ਹਾਂ ਨਾਲ ਜਾਣਦੀ ਸੀ ਕਿ ਮੇਰੀ ਨਨਾਣਾ ਹੀ ਮੇਰੇ ਪਤੀ ਨੂੰ ਬਹਿਕਾ ਰਹੀਆਂ ਸਨ। ਮੈਨੂੰ ਵਾਪਸ ਹਿੰਦੁਸਤਾਨ ਬੁਲਾਉਣ ਲਈ ਉਹਨਾਂ ਤੇ ਦਬਾਅ ਪਾ ਰਹੀਆਂ ਹਨ ਤੇ ਉਹ ਮਜਬੂਰ ਹੋ ਕੇ ਹੀ ਮੈਨੂੰ ਕਤਰ ਤੋਂ ਹਿੰਦੁਸਤਾਨ ਵਾਪਸ ਭੇਜਣਾ ਚਾਹ ਰਹੇ ਸੀ, ਪਰ ਉਹਨਾਂ ਦਾ ਮੈਨੂੰ ਭੇਜਣ ਦਾ ਕੋਈ ਮਨ ਨਹੀਂ ਕਰ ਰਿਹਾ ਸੀ। ਮੈਂ ਜਾਣਬੁੱਝ ਕੇ ਇੰਨਾ ਜ਼ਿਆਦਾ ਰੋਣਾ ਧੋਣਾ ਮਚਾਇਆ ਕਿ ਨਰੇਸ਼ ਨੇ ਮੈਨੂੰ ਕੰਮ ਕਰਨ ਦੀ ਆਗਿਆ ਦੇ ਦਿੱਤੀ। ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਸੀ, ਕਿਉਂਕਿ ਹੁਣ ਮੈਂ ਨਰੇਸ਼ ਨਾਲ ਹਮੇਸ਼ਾ ਇੱਥੇ ਆਰਾਮ ਨਾਲ ਰਹਿ ਸਕਦੀ ਸੀ। ਮੈਂ ਖੁਸ਼ੀ ਨਾਲ ਨਰੇਸ਼ ਨੂੰ ਆਪਣੇ ਗਲ ਲਗਾ ਲਿਆ ਤੇ ਪਿਆਰ ਦਾ ਇਜ਼ਹਾਰ ਕੀਤਾ। ਅਗਲੇ ਦਿਨ ਦਫ਼ਤਰ ਜਾਂਦੇ ਸਮੇਂ ਨਰੇਸ਼ ਨੇ ਕਿਹਾ ਕਿ ਜੇ ਤੈਨੂੰ ਕੰਮ ਸਮਝ ਆਵੇ ਤਾਂ ਹੀ ਕਰਨਾ, ਨਹੀਂ ਕੰਮ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਮੈਂ ਉਸ ਨੂੰ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਮੈਂ ਸਭ ਕੁਝ ਸੰਭਾਲ ਲਵਾਂਗੀ ਤੇ ਉਹਨਾਂ ਦੇ ਘਰ ਤੋਂ ਜਾਂਦੇ ਹੀ ਜਲਦੀ ਨਾਲ ਮੈਂ ਆਪਣੇ ਕੰਮ ਤੋਂ ਵਿਹਲੀ ਹੋਈ ਤੇ ਫਿਰ ਮੇਰੀ ਪੜੋਸਣ ਮੈਨੂੰ ਕਤਰ ਔਰਤਾਂ ਦੇ ਘਰ ਲੈ ਗਈ, ਜਿਨ੍ਹਾਂ ਦੇ ਘਰ ਬਹੁਤ ਹੀ ਵਧੀਆ ਸੀ। ਅੰਦਰ ਤੋਂ ਬਿਲਕੁਲ ਮਹਿਲ ਦੀ ਤਰ੍ਹਾਂ ਲੱਗਦੇ ਸੀ। ਮੈਂ ਤਾਂ ਦੇਖ ਕੇ ਬਹੁਤ ਹੀ ਜ਼ਿਆਦਾ ਹੈਰਾਨ ਰਹਿ ਗਈ ਸੀ। ਇੱਥੇ ਦੇ ਲੋਕਾਂ ਦੇ ਘਰ ਸੱਚ ਵਿੱਚ ਬਹੁਤ ਜ਼ਿਆਦਾ ਸੋਹਣੇ ਸੀ ਤੇ ਉੱਥੇ ਦੀਆਂ ਔਰਤਾਂ ਵੀ ਬਹੁਤ ਮਿਲਣਸਾਰ ਸੁਭਾਅ ਦੀਆਂ ਸੀ। ਕੁਝ ਔਰਤਾਂ ਨੂੰ ਤਾਂ ਹਿੰਦੀ ਵੀ ਸਮਝ ਆਉਂਦੀ ਸੀ, ਪਰ ਬੋਲਣਾ ਨਹੀਂ ਜਾਣਦੀ ਸੀ। ਉਹਨਾਂ ਨੇ ਇਸ਼ਾਰੇ ਨਾਲ ਮੈਨੂੰ ਸਮਝਾ ਦਿੱਤਾ ਕਿ ਮੈਂ ਉਹਨਾਂ ਨੂੰ ਕਿਸ ਤਰ੍ਹਾਂ ਦਾ ਖਾਣਾ ਬਣਾ ਕੇ ਦੇਵਾਂ। ਪਰ ਪਹਿਲੇ ਹੀ ਦਿਨ ਮੈਂ ਇੱਕ ਬਹੁਤ ਹੀ ਅਜੀਬ ਜਿਹੀ ਗੱਲ ਦੇਖੀ।
ਜਦੋਂ ਇੱਕ ਮਾਲਕਿਨ ਦੇ ਇੱਥੇ ਰਸੋਈ ਵਿੱਚ ਖਾਣਾ ਬਣਾਉਣ ਚਲੀ ਗਈ ਤਾਂ ਉੱਥੇ ਇੱਕ ਵੱਡੇ ਜਿਹੇ ਡੱਬੇ ਵਿੱਚ ਬਹੁਤ ਸਾਰੀ ਫਿਟਕੜੀ ਪਈ ਹੋਈ ਸੀ। ਫਿਟਕੜੀ ਨੂੰ ਦੇਖਦੇ ਹੀ ਮੈਨੂੰ ਯਾਦ ਆਇਆ ਕਿ ਮੇਰੇ ਪਤੀ ਤੇ ਮੈਂ ਵੀ ਤਾਂ ਇੰਡੀਆ ਤੋਂ ਬਹੁਤ ਸਾਰੀ ਫਿਟਕੜੀ ਲੈ ਕੇ ਆਏ ਸੀ। ਪਤਾ ਨਹੀਂ ਨਰੇਸ਼ ਨੇ ਉਸ ਫਿਟਕੜੀ ਦਾ ਕੀ ਕੀਤਾ ਸੀ। ਕੀ ਪਤਾ ਇੱਥੇ ਦੀਆਂ ਔਰਤਾਂ ਇਸ ਫਿਟਕੜੀ ਦਾ ਕੀ ਕਰਦੀਆਂ ਹਨ। ਪਰ ਇਹ ਸਵਾਲ ਮੈਂ ਕਿਸ ਨੂੰ ਪੁੱਛਦੀ, ਕਿਉਂਕਿ ਇਸ ਘਰ ਵਿੱਚ ਮੌਜੂਦ ਜਿੰਨੇ ਵੀ ਨੌਕਰ ਸੀ ਉਹ ਸਭ ਹਿੰਦੀ ਨਹੀਂ ਜਾਣਦੇ ਸੀ ਤੇ ਨਾ ਹੀ ਇੰਗਲਿਸ਼ ਜਾਣਦੇ ਸੀ। ਤੇ ਨਰੇਸ਼ ਤਾਂ ਪਹਿਲਾਂ ਹੀ ਦੱਸ ਚੁੱਕਿਆ ਸੀ ਕਿ ਉਹਨਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ। ਨਰੇਸ਼ ਨੇ ਇਹ ਵੀ ਦੱਸਿਆ ਸੀ ਕਿ ਇੱਥੇ ਦੀਆਂ ਔਰਤਾਂ ਫਿਟਕੜੀ ਦਾ ਕੀ ਕਰਦੀਆਂ ਨੇ, ਇਸ ਬਾਰੇ ਉਹਨਾਂ ਨੂੰ ਨਹੀਂ ਪਤਾ। ਮੈਂ ਇਹਨਾਂ ਸੋਚਾਂ ਵਿੱਚ ਗੁੰਮ ਸੀ ਤੇ 2-3 ਘੰਟੇ ਵਿੱਚ ਮੈਂ ਉੱਥੇ ਦਾ ਖਾਣਾ ਵੀ ਬਣਾ ਦਿੱਤਾ ਸੀ। ਫਿਰ ਉਸ ਦੇ ਬਾਅਦ ਮੈਂ ਦੂਜੇ ਘਰ ਵਿੱਚ ਖਾਣਾ ਬਣਾਉਣ ਦੇ ਲਈ ਚਲੀ ਗਈ ਤੇ ਉੱਥੇ ਜਾ ਕੇ ਵੀ ਮੈਂ ਬਿਲਕੁਲ ਇਹੀ ਚੀਜ਼ ਦੇਖੀ। ਉੱਥੇ ਦੀ ਰਸੋਈ ਵਿੱਚ ਤਾਂ ਪਹਿਲਾਂ ਤੋਂ ਵੀ ਜ਼ਿਆਦਾ ਫਿਟਕੜੀ ਭਰੀ ਹੋਈ ਸੀ। ਹੁਣ ਤਾਂ ਮੇਰੇ ਅੰਦਰ ਇੱਕ ਅਜੀਬ ਜਿਹਾ ਸਵਾਲ ਜਾਗ ਉੱਠਿਆ ਸੀ ਕਿ ਆਖਰ ਇਹ ਸਭ ਕੀ ਮਾਜਰਾ ਹੈ। ਇੰਡੀਆ ਵਿੱਚ ਤਾਂ ਮੈਂ ਇਦਾਂ ਕੁਝ ਵੀ ਨਹੀਂ ਦੇਖਿਆ ਸੀ। ਮੈਨੂੰ ਖਾਣਾ ਪਕਾਉਂਦੇ ਹੋਏ ਥੋੜੀ ਹੀ ਦੇਰ ਹੋਈ ਸੀ ਕਿ ਇੱਕ ਔਰਤ ਰਸੋਈ ਵਿੱਚ ਆਈ ਤੇ ਉਸਨੇ ਫਿਟਕੜੀ ਦਾ ਟੁਕੜਾ ਕੱਢਿਆ ਤੇ ਇੱਕ ਭਾਂਡੇ ਵਿੱਚ ਪਾਣੀ ਲਿਆ। ਫਿਟਕੜੀ ਦਾ ਟੁਕੜਾ ਉਸ ਭਾਂਡੇ ਵਿੱਚ ਪਾ ਦਿੱਤਾ ਤੇ ਉਸ ਨੂੰ ਢੱਕ ਕੇ ਕੋਨੇ ਵਿੱਚ ਰੱਖ ਦਿੱਤਾ। ਪਤਾ ਨਹੀਂ ਉਸਨੇ ਪਾਣੀ ਵਿੱਚ ਫਿਟਕੜੀ ਡੁਬੋ ਕੇ ਕਿਉਂ ਰੱਖੀ ਸੀ। ਮੈਨੂੰ ਪਤਾ ਨਹੀਂ ਲੱਗ ਸਕਿਆ ਕਿ ਔਰਤ ਇਦਾਂ ਕਿਉਂ ਕਰ ਰਹੀ ਸੀ, ਕਿਉਂਕਿ ਉਹ ਇਹ ਕੰਮ ਚੋਰੀ ਛੁਪ ਕੇ ਕਰ ਰਹੀ ਸੀ ਤੇ ਮੈਂ ਕੰਮ ਕਰਦੇ ਹੋਏ ਉਸ ਨੂੰ ਦੇਖ ਲਿਆ ਸੀ, ਜਿਵੇਂ ਉਹ ਨਹੀਂ ਚਾਹੁੰਦੀ ਹੋਵੇ ਕਿ ਮੈਂ ਉਸ ਵੱਲ ਦੇਖਾਂ। ਇਸ ਗੱਲ ਨਾਲ ਮੈਂ ਹੋਰ ਵੀ ਜ਼ਿਆਦਾ ਹੈਰਾਨ ਹੋਈ ਸੀ। ਖੈਰ, ਮੇਰਾ ਪਹਿਲਾ ਦਿਨ ਸੀ ਤੇ ਬਹੁਤ ਚੰਗਾ ਗੁਜ਼ਰਿਆ ਸੀ। ਮੈਂ ਸਾਰੇ ਹੀ ਘਰਾਂ ਵਿੱਚ ਖਾਣਾ ਬਣਾ ਕੇ ਸਾਫ਼ ਸਫਾਈ ਕਰਕੇ 6-7 ਘੰਟਿਆਂ ਵਿੱਚ ਵਿਹਲੀ ਹੋ ਗਈ ਸੀ ਤੇ ਨਰੇਸ਼ ਦੇ ਘਰ ਵਾਪਸ ਆਉਣ ਤੋਂ ਪਹਿਲਾਂ ਹੀ ਮੈਂ ਘਰ ਚਲੀ ਆਈ ਸੀ। ਖਾਣਾ ਬਣਾਉਣ ਦਾ ਤਾਂ ਮੈਨੂੰ ਹਮੇਸ਼ਾ ਤੋਂ ਹੀ ਸ਼ੌਂਕ ਸੀ, ਇਸ ਲਈ ਇਹ ਕੰਮ ਮੈਨੂੰ ਬਿਲਕੁਲ ਵੀ ਔਖਾ ਮਹਿਸੂਸ ਨਹੀਂ ਹੋ ਰਿਹਾ ਸੀ। ਸ਼ਾਮ ਨੂੰ ਜਦੋਂ ਨਰੇਸ਼ ਘਰ ਆਏ ਤਾਂ ਉਹਨਾਂ ਨੇ ਮੈਨੂੰ ਬਹੁਤ ਸਾਰੇ ਸਵਾਲ ਪੁੱਛੇ ਤਾਂ ਮੈਂ ਉਹਨਾਂ ਨੂੰ ਦਿਲਾਸਾ ਦਿੱਤਾ ਕਿ ਕੰਮ ਬਹੁਤ ਚੰਗਾ ਹੈ ਤੇ ਮੈਨੂੰ ਇੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਤਕਲੀਫ ਨਹੀਂ ਹੈ। ਤੁਸੀਂ ਚਾਹੋ ਤਾਂ ਮੇਰੀ ਸਾਰੀ ਤਨਖਾਹ ਆਪਣੇ ਘਰ ਵਿੱਚ ਭੇਜ ਸਕਦੇ ਹੋ। ਮੈਨੂੰ ਬਸ ਤੁਹਾਡਾ ਸਾਥ ਚਾਹੀਦਾ ਹੈ। ਮੈਂ ਤੁਹਾਡੇ ਨਾਲ ਕਿਵੇਂ ਵੀ ਇੱਥੇ ਗੁਜ਼ਾਰਾ ਕਰ ਲਵਾਂਗੀ। ਮੇਰੀ ਗੱਲ ਤੇ ਮੇਰੇ ਪਤੀ ਮੁਸਕਰਾਉਣ ਲੱਗੇ ਸੀ। ਆਖਰ ਇਹ ਸਭ ਮੈਂ ਤੁਹਾਡੇ ਨਾਲ ਰਹਿਣ ਲਈ ਹੀ ਤਾਂ ਕਰ ਰਹੀ ਹਾਂ। ਨਰੇਸ਼ ਰਾਤ ਦੇ ਖਾਣੇ ਤੋਂ ਬਾਅਦ ਮੈਨੂੰ ਘੁਮਾਉਣ ਲਈ ਬਾਹਰ ਲੈ ਗਏ। ਜਦੋਂ ਮੈਂ ਕਤਰ ਆਈ ਸੀ ਉਦੋਂ ਤੋਂ ਪਹਿਲੀ ਵਾਰ ਘੁੰਮਣ ਵਿੱਚ ਮੈਨੂੰ ਬਹੁਤ ਸਕੂਨ ਮਿਲ ਰਿਹਾ ਸੀ। ਨਹੀਂ, ਹੁਣ ਤੱਕ ਤਾਂ ਮੇਰੇ ਸਿਰ ਤੇ ਇਹੀ ਪਰੇਸ਼ਾਨੀ ਸੀ ਕਿ ਕਿਤੇ ਮੇਰਾ ਪਤੀ ਮੈਨੂੰ ਇੱਥੋਂ ਵਾਪਸ ਨਾ ਭੇਜ ਦੇਵੇ। ਨਰੇਸ਼ ਮੈਨੂੰ ਆਪਣੇ ਨਾਲ ਇੱਕ ਵੱਡੇ ਜਿਹੇ ਮਾਲ ਵਿੱਚ ਸ਼ਾਪਿੰਗ ਕਰਨ ਲਈ ਲੈ ਗਏ। ਇਸ ਰੰਗੀਨ ਦੁਨੀਆ ਵਿੱਚ ਪਹੁੰਚ ਕੇ ਮੈਂ ਕੁਝ ਖੋ ਜਿਹੀ ਗਈ ਸੀ। ਮਾਲ ਵਿੱਚ ਬਹੁਤ ਵੱਡੀਆਂ ਸੋਨੇ ਦੀਆਂ ਦੁਕਾਨਾਂ ਸੀ ਤੇ ਇੱਥੇ ਤਾਂ ਹਰ ਔਰਤ ਹੀ ਬਹੁਤ ਸਾਰਾ ਸੋਨਾ ਪਹਿਨੇ ਹੋਏ ਸੀ। ਮੈਂ ਕਦੇ ਕਿਸੇ ਔਰਤ ਨੂੰ ਖੁੱਲ੍ਹੇਆਮ ਇੰਨਾ ਸੋਨਾ ਪਹਿਨੇ ਹੋਏ ਨਹੀਂ ਦੇਖਿਆ ਸੀ। ਮੈਂ ਹੁਣ ਤੱਕ ਇਹੀ ਸਮਝਿਆ ਸੀ ਕਿ ਸ਼ਾਇਦ ਕਤਰ ਵਿੱਚ ਤਾਂ ਵੱਡੇ ਘਰਾਂ ਤੋਂ ਇਲਾਵਾ ਕੁਝ ਵੀ ਨਹੀਂ ਹੈ, ਪਰ ਇੱਥੇ ਤਾਂ ਲੋਕਾਂ ਨੇ ਕੁਝ ਜ਼ਿਆਦਾ ਹੀ ਤਰੱਕੀ ਕੀਤੀ ਹੋਈ ਸੀ ਤੇ ਅੱਜ ਪਹਿਲੀ ਵਾਰ ਮੈਂ ਇੱਥੇ ਦਾ ਮਾਹੌਲ ਦੇਖਿਆ ਸੀ। ਅਸੀਂ ਬਹੁਤ ਸਾਰੀ ਸ਼ਾਪਿੰਗ ਕੀਤੀ ਤੇ ਮੇਰੇ ਪਤੀ ਨੇ ਮੈਨੂੰ ਉੱਥੇ ਆਈਸਕ੍ਰੀਮ ਵੀ ਖਿਲਾਈ ਸੀ। ਘਰ ਆਉਂਦੇ ਸਮੇਂ ਰਸਤੇ ਵਿੱਚ ਸਾਨੂੰ ਨਰੇਸ਼ ਦਾ ਦੋਸਤ ਮਿਲ ਗਿਆ। ਸ਼ਾਇਦ ਉਹ ਦਫ਼ਤਰ ਦਾ ਦੋਸਤ ਸੀ। ਉਹਨਾਂ ਨਾਲ ਉਹਨਾਂ ਦੀ ਪਤਨੀ ਵੀ ਮੌਜੂਦ ਸੀ। ਨਰੇਸ਼ ਨੇ ਮੈਨੂੰ ਆਪਣੇ ਦੋਸਤ ਤੇ ਉਸਦੀ ਪਤਨੀ ਨਾਲ ਮਿਲਵਾਇਆ। ਉਹ ਲੋਕ ਬਹੁਤ ਹੀ ਜ਼ਿਆਦਾ ਚੰਗੇ ਲੱਗ ਰਹੇ ਸੀ ਤੇ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਮੈਂ ਵਿਆਹ ਤੋਂ ਬਾਅਦ ਪਹਿਲੀ ਵਾਰ ਹਿੰਦੁਸਤਾਨ ਤੋਂ ਇੱਥੇ ਆਈ ਹਾਂ ਤਾਂ ਉਹਨਾਂ ਨੇ ਮੈਨੂੰ ਤੇ ਨਰੇਸ਼ ਨੂੰ ਆਪਣੇ ਘਰ ਅਗਲੇ ਦਿਨ ਦੇ ਖਾਣੇ ਲਈ ਬੁਲਾ ਲਿਆ। ਉਹ ਲੋਕ ਵੀ ਕਤਰ ਵਿੱਚ ਹੀ ਰਹਿੰਦੇ ਸੀ, ਪਰ ਉਹਨਾਂ ਦੀ ਹਿੰਦੀ ਬਹੁਤ ਚੰਗੀ ਸੀ। ਨਰੇਸ਼ ਨੇ ਉਹਨਾਂ ਨੂੰ ਬਹੁਤ ਮਨਾ ਵੀ ਕੀਤਾ ਸੀ ਕਿ ਅਸੀਂ ਲੋਕ ਖਾਣੇ ਤੇ ਨਹੀਂ ਆ ਸਕਦੇ, ਪਰ ਉਹ ਨਹੀਂ ਮੰਨੇ ਤੇ ਜਦੋਂ ਉਹ ਜ਼ਿਆਦਾ ਹੀ ਜਿੱਦ ਕਰਨ ਲੱਗੇ ਤਾਂ ਮੇਰੇ ਪਤੀ ਨੇ ਉਹਨਾਂ ਦੇ ਖਾਣੇ ਦਾ ਸੱਦਾ ਸਵੀਕਾਰ ਕਰ ਲਿਆ। ਮੈਂ ਨਰੇਸ਼ ਦੇ ਦੋਸਤ ਦੇ ਘਰ ਜਾਣ ਲਈ ਜ਼ਿਆਦਾ ਹੀ ਖੁਸ਼ ਸੀ, ਕਿਉਂਕਿ ਹੁਣ ਤੱਕ ਮੈਂ ਉੱਥੋਂ ਦੇ ਲੋਕਾਂ ਦੇ ਹੱਥ ਦਾ ਬਣਿਆ ਹੋਇਆ ਖਾਣਾ ਨਹੀਂ ਖਾਧਾ ਸੀ, ਕਿਉਂਕਿ ਮੈਂ ਤਾਂ ਹਿੰਦੁਸਤਾਨੀ ਸੀ ਤੇ ਆਪਣੇ ਹੱਥ ਤੋਂ ਹੀ ਖਾਣਾ ਬਣਾ ਕੇ ਖਾ ਰਹੀ ਸੀ ਤੇ ਇੱਥੇ ਆ ਕੇ ਕਿਸੇ ਦੇ ਘਰ ਦਾਵਤ ਤੇ ਵੀ ਪਹਿਲੀ ਵਾਰ ਜਾ ਰਹੀ ਸੀ। ਅਗਲੇ ਦਿਨ ਮੈਂ ਸਾਰੇ ਲੋਕਾਂ ਦੇ ਘਰਾਂ ਦਾ ਕੰਮ ਕੀਤਾ ਤੇ ਖਾਣਾ ਬਣਾਇਆ ਤੇ ਵਾਪਸ ਆਉਂਦੇ ਹੀ ਜਲਦੀ ਤਿਆਰ ਹੋ ਗਈ। ਨਰੇਸ਼ ਕਹਿ ਕੇ ਗਿਆ ਸੀ ਕਿ ਉਹ ਜਲਦੀ ਹੀ ਕੰਮ ਤੋਂ ਵਾਪਸ ਆ ਜਾਵੇਗਾ ਤੇ ਫਿਰ ਅਸੀਂ ਉਹਨਾਂ ਦੇ ਦੋਸਤ ਦੇ ਘਰ ਜਾਵਾਂਗੇ। ਨਰੇਸ਼ ਦੇ ਆਉਂਦੇ ਹੀ ਅਸੀਂ ਦੋਵੇਂ ਉਹਨਾਂ ਦੇ ਦੋਸਤ ਦੇ ਘਰ ਦੇ ਲਈ ਨਿਕਲ ਗਏ। ਉਹਨਾਂ ਦੇ ਦੋਸਤ ਤੇ ਉਹਨਾਂ ਦੀ ਪਤਨੀ ਨੇ ਬਹੁਤ ਹੀ ਚੰਗੀ ਤਰ੍ਹਾਂ ਨਾਲ ਸਾਡਾ ਸਵਾਗਤ ਕੀਤਾ ਸੀ। ਮੈਂ ਨਰੇਸ਼ ਦੇ ਦੋਸਤ ਦਾ ਘਰ ਦੇਖਦੇ ਹੀ ਹੈਰਾਨ ਰਹਿ ਗਈ ਸੀ। ਘਰ ਬਾਹਰ ਤੋਂ ਜਿੰਨਾ ਸੁੰਦਰ ਸੀ, ਅੰਦਰ ਉਸ ਤੋਂ ਕਿਤੇ ਜ਼ਿਆਦਾ ਖੂਬਸੂਰਤ ਸੀ। ਉਹਨਾਂ ਦੇ 2 ਪਿਆਰੇ ਜਿਹੇ ਮੁੰਡੇ ਸੀ ਤੇ ਇੱਕ ਛੋਟੀ ਜਿਹੀ 3 ਮਹੀਨੇ ਦੀ ਕੁੜੀ ਵੀ ਸੀ। ਛੋਟੀ ਕੁੜੀ ਨੂੰ ਦੇਖਦੇ ਹੀ ਮੈਨੂੰ ਉਸ ਤੇ ਬਹੁਤ ਪਿਆਰ ਆ ਗਿਆ ਸੀ।
ਨਰੇਸ਼ ਦੇ ਦੋਸਤ ਦੀ ਪਤਨੀ ਦਾ ਨਾਂ ਸੁਜਾਤਾ ਸੀ। ਉਹ ਰਸੋਈ ਵਿੱਚ ਖਾਣੇ ਦੀ ਤਿਆਰੀ ਕਰ ਰਹੀ ਸੀ। ਮੈਂ ਵੀ ਉਹਨਾਂ ਕੋਲ ਜਾ ਕੇ ਖੜੀ ਹੋ ਗਈ। ਮੈਨੂੰ ਦੇਖ ਕੇ ਉਹ ਮੁਸਕਰਾ ਕੇ ਕਹਿਣ ਲੱਗੀ ਕਿ ਭਾਬੀ ਤੁਸੀਂ ਬੈਠ ਜਾਓ, ਮੈਂ ਬਸ ਖਾਣਾ ਤਿਆਰ ਕਰਕੇ ਤੁਹਾਡੇ ਕੋਲ ਆਉਂਦੀ ਹਾਂ। ਮੈਂ ਉਹਨਾਂ ਦੀ ਗੱਲ ਨੂੰ ਇਗਨੋਰ ਕਰਦੇ ਹੋਏ ਕਿਹਾ ਕਿ ਮੈਂ ਵੀ ਤੁਹਾਡੀ ਮਦਦ ਕਰਵਾ ਦਿੰਦੀ ਹਾਂ। ਤਾਂ ਫਿਰ ਮੈਂ ਉਹਨਾਂ ਦੀ ਮਦਦ ਕਰਵਾਉਣਾ ਸ਼ੁਰੂ ਕਰ ਦਿੱਤਾ ਤੇ ਉਸ ਸਮੇਂ ਮੇਰੀ ਨਜ਼ਰ ਸੁਜਾਤਾ ਭਾਬੀ ਦੀ ਰਸੋਈ ਵਿੱਚ ਰੱਖੀ ਹੋਈ ਫਿਟਕੜੀ ਤੇ ਪਈ ਸੀ। ਉਹਨਾਂ ਨੇ ਵੀ ਫਿਟਕੜੀ ਨੂੰ ਇੱਕ ਡੱਬੇ ਵਿੱਚ ਰੱਖਿਆ ਹੋਇਆ ਸੀ। ਡੱਬਾ ਕੱਚ ਦਾ ਸੀ, ਜਿਸ ਵਜ੍ਹਾ ਨਾਲ ਮੈਨੂੰ ਉਸ ਦੇ ਅੰਦਰ ਦੀ ਫਿਟਕੜੀ ਠੀਕ ਦਿਖਾਈ ਦੇ ਰਹੀ ਸੀ। ਇੱਕ ਵਾਰ ਫਿਰ ਤੋਂ ਮੇਰੇ ਦਿਲ ਵਿੱਚ ਇਹੀ ਸਵਾਲ ਉੱਠਿਆ ਕਿ ਆਖਰ ਇਹ ਕਤਰ ਦੀਆਂ ਔਰਤਾਂ ਫਿਟਕੜੀ ਦਾ ਕੀ ਕਰਦੀਆਂ ਹਨ। ਮੈਂ ਸੋਚਿਆ ਕਿ ਮੈਂ ਇਸ ਫਿਟਕੜੀ ਦਾ ਰਾਜ਼ ਸੁਜਾਤਾ ਤੋਂ ਪੁੱਛ ਲੈਂਦੀ ਹਾਂ, ਪਰ ਸੁਜਾਤਾ ਤੋਂ ਪੁੱਛਣ ਵਿੱਚ ਮੈਨੂੰ ਥੋੜੀ ਝਿਜਕ ਮਹਿਸੂਸ ਹੋ ਰਹੀ ਸੀ, ਕਿਉਂਕਿ ਜਿਸ ਘਰ ਵਿੱਚ ਮੈਂ ਕੰਮ ਕਰਿਆ ਕਰਦੀ ਸੀ ਉੱਥੇ ਦੀ ਮਾਲਕਣ ਨੇ ਲੁਕਾਉਣ ਦੇ ਅੰਦਾਜ਼ ਵਿੱਚ ਫਿਟਕੜੀ ਨੂੰ ਪਾਣੀ ਵਿੱਚ ਪਾ ਕੇ ਰੱਖਿਆ ਸੀ। ਪਤਾ ਨਹੀਂ ਇਸ ਦੇ ਪਿੱਛੇ ਕਿਹੜੀ ਗੱਲ ਹੋ ਸਕਦੀ ਹੈ। ਸੁਜਾਤਾ ਦਾ ਧਿਆਨ ਤਾਂ ਖਾਣਾ ਬਣਾਉਣ ਵਿੱਚ ਲੱਗਿਆ ਹੋਇਆ ਸੀ। ਹੁਣ ਮੇਰੇ ਤੋਂ ਰਿਹਾ ਨਹੀਂ ਗਿਆ ਤਾਂ ਮੈਂ ਉਹਨਾਂ ਨੂੰ ਪੁੱਛ ਹੀ ਲਿਆ ਕਿ ਇਹ ਫਿਟਕੜੀ ਇੱਥੇ ਕਿਉਂ ਰੱਖੀ ਹੋਈ ਹੈ। ਆਖਰ ਤੁਸੀਂ ਲੋਕ ਇੰਨੀ ਸਾਰੀ ਫਿਟਕੜੀ ਦਾ ਕੀ ਕਰਦੇ ਹੋ। ਸਾਡੇ ਇੱਥੇ ਤਾਂ ਫਿਟਕੜੀ ਇੰਨੀ ਜ਼ਿਆਦਾ ਤਾਦਾਦ ਵਿੱਚ ਰਸੋਈ ਵਿੱਚ ਨਹੀਂ ਰੱਖੀ ਜਾਂਦੀ। ਮੇਰੀ ਇਹ ਗੱਲ ਸੁਣਦੇ ਹੀ ਸੁਜਾਤਾ ਦੇ ਚਿਹਰੇ ਦਾ ਰੰਗ ਬਦਲ ਗਿਆ ਤੇ ਉਸਨੇ ਜਲਦੀ ਨਾਲ ਫਿਟਕੜੀ ਦੇ ਡੱਬੇ ਨੂੰ ਉਠਾ ਕੇ ਅਲਮਾਰੀ ਵਿੱਚ ਰੱਖ ਦਿੱਤਾ। ਉਸ ਦਾ ਅੰਦਾਜ਼ ਹੀ ਬਹੁਤ ਅਜੀਬ ਜਿਹਾ ਸੀ। ਮੇਰੀ ਗੱਲ ਦਾ ਜਵਾਬ ਦਿੱਤੇ ਬਿਨਾਂ ਹੀ ਉਹ ਖਾਣਾ ਬਣਾਉਣ ਵਿੱਚ ਲੱਗ ਗਈ ਤਾਂ ਮੈਂ ਵੀ ਖਾਮੋਸ਼ ਹੋ ਗਈ, ਕਿਉਂਕਿ ਦੁਬਾਰਾ ਪੁੱਛਣ ਦੀ ਮੇਰੇ ਵਿੱਚ ਹਿੰਮਤ ਨਹੀਂ ਰਹੀ ਸੀ ਤੇ ਮੈਨੂੰ ਚੰਗਾ ਵੀ ਨਹੀਂ ਲੱਗ ਰਿਹਾ ਸੀ। ਸੁਜਾਤਾ ਨੇ ਬਹੁਤ ਹੀ ਸਵਾਦ ਖਾਣਾ ਬਣਾਇਆ ਸੀ। ਦਾਵਤ ਬਹੁਤ ਹੀ ਚੰਗੀ ਰਹੀ ਸੀ। ਅਸੀਂ ਉਹਨਾਂ ਲੋਕਾਂ ਤੋਂ ਆਗਿਆ ਲੈ ਕੇ ਆਪਣੇ ਘਰ ਵਾਪਸ ਆਏ ਸੀ। ਸਾਨੂੰ ਉਹਨਾਂ ਦੇ ਘਰ ਜਾਣਾ ਬਹੁਤ ਚੰਗਾ ਲੱਗਿਆ ਸੀ, ਪਰ ਸਾਰੇ ਰਸਤੇ ਮੇਰੇ ਦਿਮਾਗ ਵਿੱਚ ਫਿਟਕੜੀ ਹੀ ਘੁੰਮ ਰਹੀ ਸੀ। ਨਰੇਸ਼ ਨੇ ਮੇਰਾ ਗੁੰਮਸੁੰਮ ਜਿਹਾ ਅੰਦਾਜ਼ ਦੇਖਿਆ ਤਾਂ ਮੈਨੂੰ ਪੁੱਛਣ ਲੱਗੇ, ਤੈਨੂੰ ਕੀ ਹੋਇਆ ਹੈ। ਮੈਂ ਨਰੇਸ਼ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਕਿਸ ਤਰ੍ਹਾਂ ਮੈਂ ਇੱਥੇ ਬਹੁਤ ਘਰਾਂ ਵਿੱਚ ਫਿਟਕੜੀ ਦੇ ਵੱਡੇ ਵੱਡੇ ਡੱਬੇ ਦੇਖੇ ਸੀ ਤੇ ਅੱਜ ਸੁਜਾਤਾ ਦੀ ਰਸੋਈ ਵਿੱਚ ਵੀ ਬਹੁਤ ਸਾਰੀ ਫਿਟਕੜੀ ਦੇਖੀ ਸੀ, ਜੋ ਕਿ ਇੱਕ ਵੱਡੇ ਜਿਹੇ ਡੱਬੇ ਵਿੱਚ ਮੌਜੂਦ ਸੀ। ਆਖਰ ਕਤਰ ਦੀਆਂ ਔਰਤਾਂ ਕੀ ਕਰਦੀਆਂ ਹਨ ਇੰਨੀ ਸਾਰੀ ਫਿਟਕੜੀ ਦਾ। ਮੇਰੀ ਗੱਲ ਸੁਣ ਕੇ ਮੇਰਾ ਪਤੀ ਹੱਸ ਪਿਆ ਤੇ ਕਹਿਣ ਲੱਗਿਆ, ਤੁਸੀਂ ਔਰਤਾਂ ਤਾਂ ਛੋਟੀ ਛੋਟੀ ਗੱਲ ਤੇ ਸੋਚ ਵਿਚਾਰ ਕਰਨ ਲੱਗ ਜਾਂਦੀਆਂ ਹਨ। ਆਖਰ ਇੱਥੇ ਔਰਤਾਂ ਫਟਕੜੀ ਦਾ ਕੁਝ ਵੀ ਕਰਦੀਆਂ ਹੋਣ, ਸਾਨੂੰ ਉਸ ਤੋਂ ਕੀ ਮਤਲਬ। ਪਰ ਮੈਨੂੰ ਤਾਂ ਸੱਚਾਈ ਦੇ ਬਾਰੇ ਵਿੱਚ ਜਾਣਨਾ ਸੀ, ਕਿਉਂਕਿ ਫਿਟਕੜੀ ਤਾਂ ਸਾਡੇ ਹਿੰਦੁਸਤਾਨ ਵਿੱਚ ਵੀ ਪਾਈ ਜਾਂਦੀ ਸੀ। ਉੱਥੇ ਤਾਂ ਇੰਨਾ ਕੋਈ ਵੀ ਐਕਸਪੈਰੀਮੈਂਟ ਫਿਟਕੜੀ ਤੇ ਨਹੀਂ ਕੀਤਾ ਜਾਂਦਾ ਸੀ ਜਿੰਨਾ ਇੱਥੇ ਕੀਤਾ ਜਾਂਦਾ ਸੀ। ਨਰੇਸ਼ ਨੇ ਕਿਹਾ ਕਿ ਚਲ ਮੈਂ ਹੀ ਤੈਨੂੰ ਪਤਾ ਕਰਕੇ ਇਸ ਬਾਰੇ ਦੱਸਦਾ ਹਾਂ ਕਿ ਆਖਰ ਇੱਥੇ ਦੀਆਂ ਔਰਤਾਂ ਫਟਕੜੀ ਨਾਲ ਕੀ ਕਰਦੀਆਂ ਹਨ ਤੇ ਇਸ ਦੇ ਪਿੱਛੇ ਕੀ ਰਾਜ਼ ਹੈ। ਹੌਲੀ ਹੌਲੀ ਦਿਨ ਗੁਜ਼ਰ ਰਹੇ ਸੀ। ਮੇਰਾ ਕੰਮ ਬਹੁਤ ਹੀ ਚੰਗੀ ਤਰ੍ਹਾਂ ਨਾਲ ਜੰਮ ਗਿਆ ਸੀ। ਮੈਨੂੰ ਉੱਥੇ ਦੇ ਲੋਕਾਂ ਦੇ ਘਰਾਂ ਵਿੱਚ ਖਾਣਾ ਪਕਾਉਣ ਦੀ ਹੁਣ ਆਦਤ ਜਿਹੀ ਹੋ ਗਈ ਸੀ। ਮੇਰੀ ਮੰਮੀ ਪਾਪਾ ਨਾਲ ਹਰ ਦੂਜੇ ਤੀਜੇ ਦਿਨ ਫੋਨ ਤੇ ਗੱਲ ਹੁੰਦੀ ਰਹਿੰਦੀ ਸੀ। ਜਦੋਂ ਤੋਂ ਮੈਂ ਨਰੇਸ਼ ਕੋਲ ਆਈ ਸੀ, ਮੇਰੀ ਮਾਂ ਨੂੰ ਬਹੁਤ ਸਕੂਨ ਹੋ ਗਿਆ ਸੀ। ਮੈਂ ਆਪਣੀ ਮਾਂ ਨੂੰ ਕਈ ਵਾਰ ਫਿਟਕੜੀ ਦੇ ਬਾਰੇ ਵੀ ਬਹੁਤ ਸਾਰੇ ਸਵਾਲ ਪੁੱਛੇ ਸੀ, ਕਿਤੇ ਮੇਰੀ ਮਾਂ ਨੂੰ ਫਿਟਕੜੀ ਬਾਰੇ ਕੁਝ ਪਤਾ ਹੋਵੇ। ਪਰ ਮੇਰੀ ਮਾਂ ਨੂੰ ਵੀ ਜ਼ਿਆਦਾ ਜਾਣਕਾਰੀ ਨਹੀਂ ਸੀ ਕਿ ਫਿਟਕੜੀ ਦਾ ਪਾਣੀ ਵਿੱਚ ਡੁਬੋ ਕੇ ਕੀ ਕੀਤਾ ਜਾ ਸਕਦਾ ਹੈ। ਇਹ ਗੱਲ ਮੇਰੇ ਲਈ ਬਹੁਤ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਸੀ। ਮੈਂ ਕਤਰ ਵਿੱਚ ਆ ਕੇ ਪੂਰੀ ਤਰ੍ਹਾਂ ਨਾਲ ਸੈੱਟ ਹੋ ਗਈ ਸੀ। ਹੁਣ ਮੈਨੂੰ ਹਿੰਦੁਸਤਾਨ ਵਾਪਸ ਜਾਣ ਦੀ ਕੋਈ ਚਿੰਤਾ ਨਹੀਂ ਰਹੀ ਸੀ। ਮੇਰਾ ਕੰਮ ਬਹੁਤ ਹੀ ਚੰਗਾ ਚੱਲ ਰਿਹਾ ਸੀ ਤੇ ਮੇਰੇ ਪਤੀ ਤੇ ਮੈਂ ਇੱਥੇ ਖੂਬ ਪੈਸਾ ਕਮਾ ਰਹੇ ਸੀ। ਜਿਨ੍ਹਾਂ ਲੋਕਾਂ ਦੇ ਘਰਾਂ ਵਿੱਚ ਮੈਂ ਕੰਮ ਕਰਿਆ ਕਰਦੀ ਸੀ, ਉਹ ਲੋਕ ਵੀ ਮੇਰਾ ਬਹੁਤ ਧਿਆਨ ਰੱਖਦੇ ਸੀ। ਮੇਰੇ ਖਾਣੇ ਦੀ ਬਹੁਤ ਤਾਰੀਫ ਹੁੰਦੀ ਸੀ ਤੇ ਜਿਨ੍ਹਾਂ ਦੇ ਘਰਾਂ ਵਿੱਚ ਮੈਂ ਸਫਾਈ ਕਰਿਆ ਕਰਦੀ ਸੀ, ਉੱਥੇ ਮੇਰੀ ਸਫਾਈ ਦੀ ਵੀ ਬਹੁਤ ਤਾਰੀਫ ਕੀਤੀ ਜਾਂਦੀ ਸੀ, ਕਿਉਂਕਿ ਮੈਂ ਬਹੁਤ ਹੀ ਸਲੀਕੇ ਨਾਲ ਕੰਮ ਕਰਦੀ ਸੀ। ਖਾਣਾ ਵੀ ਮੈਨੂੰ ਬਹੁਤ ਜ਼ਿਆਦਾ ਨਹੀਂ ਬਣਾਉਣਾ ਹੁੰਦਾ ਸੀ ਤੇ 3 ਸਮੇਂ ਦੀ ਡਿਸ਼ਸ ਥੋੜੀ ਥੋੜੀ ਮਾਤਰਾ ਵਿੱਚ ਬਣਾਉਣੀ ਹੁੰਦੀ ਸੀ। ਕੁਝ ਦਿਨ ਗੁਜ਼ਰੇ ਕਿ ਇੱਕ ਦਿਨ ਨਰੇਸ਼ ਦਫ਼ਤਰ ਤੋਂ ਘਰ ਆਇਆ ਤੇ ਮੈਨੂੰ ਕਹਿਣ ਲੱਗਿਆ ਕਿ ਮੇਰੇ ਲਈ ਆਪਣੇ ਹੱਥ ਦੀ ਬਹੁਤ ਚੰਗੀ ਚਾਹ ਬਣਾ ਦੇ। ਅੱਜ ਨਰੇਸ਼ ਦਾ ਮੂਡ ਬਹੁਤ ਚੰਗਾ ਲੱਗ ਰਿਹਾ ਸੀ। ਉਹ ਫਰੈਸ਼ ਲੱਗ ਰਿਹਾ ਸੀ। ਮੈਂ ਆਪਣੇ ਪਤੀ ਨੂੰ ਕਿਹਾ ਕਿ ਅੱਜ ਤੁਹਾਨੂੰ ਇਦਾਂ ਦੀ ਕਿਹੜੀ ਖੁਸ਼ੀ ਮਿਲ ਗਈ ਹੈ ਜਿਸ ਦੀ ਵਜ੍ਹਾ ਨਾਲ ਤੁਸੀਂ ਬਹੁਤ ਖੁਸ਼ ਲੱਗ ਰਹੇ ਹੋ। ਨਰੇਸ਼ ਨੇ ਕਿਹਾ ਕਿ ਮੈਂ ਤੇਰੀ ਪਰੇਸ਼ਾਨੀ ਦਾ ਹੱਲ ਲੈ ਕੇ ਆਇਆ ਹਾਂ, ਇਸ ਲਈ ਤੂੰ ਜਲਦੀ ਮੇਰੇ ਲਈ ਚਾਹ ਬਣਾ ਕੇ ਫੁਰਸਤ ਤੋਂ ਮੇਰੇ ਕੋਲ ਆ ਕੇ ਬੈਠ ਜਾ। ਅੱਜ ਮੈਂ ਤੇਰੀ ਪਰੇਸ਼ਾਨੀ ਖਤਮ ਕਰਨ ਵਾਲਾ ਹਾਂ ਤੇ ਤੈਨੂੰ ਫਿਟਕੜੀ ਦਾ ਰਾਜ਼ ਦੱਸਦਾ ਹਾਂ। ਮੈਨੂੰ ਫਿਟਕੜੀ ਦੇ ਰਾਜ਼ ਬਾਰੇ ਵਿੱਚ ਪਤਾ ਚੱਲ ਗਿਆ ਹੈ। ਮੈਂ ਫਿਟਕੜੀ ਦਾ ਰਾਜ਼ ਜਾਣਨ ਦੇ ਲਈ ਬਹੁਤ ਜ਼ਿਆਦਾ ਉਤਸ਼ਾਹਿਤ ਸੀ, ਇਸ ਲਈ ਮੈਂ ਜਲਦੀ ਨਾਲ ਆਪਣੇ ਪਤੀ ਦੇ ਲਈ ਚਾਹ ਬਣਾਈ ਤੇ ਸਾਰੇ ਕੰਮ ਤੋਂ ਵਿਹਲੀ ਹੋ ਕੇ ਉਹਨਾਂ ਕੋਲ ਜਾ ਕੇ ਬੈਠ ਗਈ। ਨਰੇਸ਼ ਨੇ ਮੈਨੂੰ ਦੱਸਿਆ ਕਿ ਕਤਰ ਦੀਆਂ ਔਰਤਾਂ ਇਹ ਨਹੀਂ ਚਾਹੁੰਦੀਆਂ ਕਿ ਇਹ ਰਾਜ਼ ਕਦੇ ਕਿਸੇ ਨੂੰ ਪਤਾ ਚੱਲੇ।
ਕਿਉਂਕਿ ਫਿਟਕੜੀ ਦਾ ਇਹ ਇਸਤੇਮਾਲ ਉਹਨਾਂ ਦੇ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਤੇ ਉਹ ਇਸ ਨੂੰ ਆਪਣੇ ਤੱਕ ਹੀ ਸੀਮਿਤ ਰੱਖਣੀਆਂ ਚਾਹੁੰਦੀਆਂ ਹਨ। ਇਸ ਲਈ ਸੁਜਾਤਾ ਭਾਬੀ ਨੇ ਵੀ ਤੈਨੂੰ ਇਸ ਬਾਰੇ ਕੁਝ ਨਹੀਂ ਦੱਸਿਆ ਸੀ। ਨਰੇਸ਼ ਦੀ ਗੱਲ ਸੁਣ ਕੇ ਮੈਂ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਹੋਣ ਲੱਗੀ ਕਿ ਆਖਰ ਇਸ ਫਿਟਕੜੀ ਨਾਲ ਐਦਾਂ ਦਾ ਕੀ ਕੀਤਾ ਜਾ ਸਕਦਾ ਹੈ ਜੋ ਇਸ ਕਦਰ ਲੁਕਾਉਣ ਵਾਲੀ ਗੱਲ ਹੈ। ਨਰੇਸ਼ ਕਹਿਣ ਲੱਗਾ ਕਿ ਹਰ ਜਗ੍ਹਾ ਦੇ ਆਪਣੇ ਆਪਣੇ ਅਲੱਗ-ਅਲੱਗ ਰਿਵਾਜ ਹੁੰਦੇ ਹਨ ਤੇ ਇਸੇ ਤਰ੍ਹਾਂ ਹੀ ਹਰ ਜਗ੍ਹਾ ਦੇ ਆਪਣੇ ਅਲੱਗ-ਅਲੱਗ ਟੋਟਕੇ ਤੇ ਇਲਾਜ ਹੁੰਦੇ ਹਨ। ਤੂੰ ਵੀ ਜਦੋਂ ਤੋਂ ਇੱਥੇ ਆਈ ਹੈ ਤੂੰ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਦੇਖੀਆਂ ਹਨ ਜੋ ਇੰਡੀਆ ਦੇ ਵਿੱਚ ਨਹੀਂ ਹੁੰਦੀਆਂ ਤੇ ਜੋ ਚੀਜ਼ ਇੰਡੀਆ ਵਿੱਚ ਹੁੰਦੀ ਹੈ ਉਹ ਇੱਥੇ ਨਹੀਂ ਹੁੰਦੀਆਂ। ਇਸੇ ਤਰ੍ਹਾਂ ਫਿਟਕੜੀ ਦਾ ਜੋ ਇਸਤੇਮਾਲ ਇੰਡੀਆ ਵਿੱਚ ਕੀਤਾ ਜਾਂਦਾ ਹੈ ਉਹ ਬਿਲਕੁਲ ਹੀ ਅਲੱਗ ਹੈ, ਜਦੋਂ ਕਿ ਕਤਰ ਦੀਆਂ ਔਰਤਾਂ ਇਸ ਦਾ ਬਿਲਕੁਲ ਅਲੱਗ ਤਰ੍ਹਾਂ ਦਾ ਫਾਇਦਾ ਹਾਸਲ ਕਰਦੀਆਂ ਹਨ, ਜੋ ਬਹੁਤ ਹੈਰਾਨ ਕਰ ਦੇਣ ਵਾਲੀ ਗੱਲ ਹੈ। ਮੈਂ ਨਰੇਸ਼ ਦੀਆਂ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣ ਰਹੀ ਸੀ। ਨਰੇਸ਼ ਨੇ ਦੱਸਿਆ ਕਿ ਜੇ ਹਿੰਦੁਸਤਾਨੀ ਔਰਤਾਂ ਨੂੰ ਇਸ ਬਾਰੇ ਜਾਣਕਾਰੀ ਹੋ ਗਈ ਤਾਂ ਹਰ ਘਰ ਵਿੱਚ ਬਹੁਤ ਸਾਰੀ ਫਿਟਕੜੀ ਨਜ਼ਰ ਆਉਣ ਲੱਗੇਗੀ। ਮੈਂ ਆਪਣੇ ਪਤੀ ਨੂੰ ਘੂਰ ਕੇ ਦੇਖਿਆ ਤੇ ਕਿਹਾ ਕਿ ਹੁਣ ਦੱਸ ਵੀ ਦਿਓ, ਇੰਨਾ ਜ਼ਿਆਦਾ ਸਸਪੈਂਸ ਕਿਉਂ ਕ੍ਰੀਏਟ ਕਰ ਰਹੇ ਹੋ। ਮੇਰੀ ਗੱਲ ਸੁਣ ਕੇ ਨਰੇਸ਼ ਨੇ ਮੈਨੂੰ ਇਦਾਂ ਦਾ ਰਾਜ਼ ਦੱਸਿਆ ਜਿਸ ਨੂੰ ਸੁਣ ਕੇ ਮੈਂ ਹੈਰਾਨ ਹੋ ਗਈ। ਆਪਣੀ 24 ਸਾਲ ਦੀ ਜ਼ਿੰਦਗੀ ਵਿੱਚ ਮੈਂ ਅੱਜ ਤੱਕ ਫਿਟਕੜੀ ਦਾ ਇਦਾਂ ਦਾ ਇਸਤੇਮਾਲ ਨਹੀਂ ਸੁਣਿਆ ਸੀ। ਮੈਂ ਹੈਰਾਨੀ ਨਾਲ ਨਰੇਸ਼ ਨੂੰ ਪੁੱਛਿਆ, ਕੀ ਤੁਸੀਂ ਸੱਚ ਕਹਿ ਰਹੇ ਹੋ? ਨਰੇਸ਼ ਕਹਿਣ ਲੱਗਿਆ, ਹਾਂ ਬਿਲਕੁਲ ਇਹੀ ਗੱਲ ਹੈ। ਮੈਂ ਆਪਣੇ ਕਤਰ ਵਿੱਚ ਰਹਿਣ ਵਾਲੇ ਬਹੁਤ ਕਰੀਬੀ ਦੋਸਤ ਤੋਂ ਇਸ ਬਾਰੇ ਪਤਾ ਕੀਤਾ ਹੈ ਤੇ ਉਸਨੇ ਹੀ ਮੈਨੂੰ ਇਹ ਫਿਟਕੜੀ ਦਾ ਰਾਜ਼ ਦੱਸਿਆ ਹੈ। ਮੇਰਾ ਇਹ ਦੋਸਤ ਉਹੀ ਹੈ ਜਿਸ ਨੂੰ ਮੈਂ ਇੰਡੀਆ ਤੋਂ ਫਿਟਕੜੀ ਲਿਆ ਕੇ ਮਹਿੰਗੇ ਮੁੱਲ ਵਿੱਚ ਵੇਚ ਦਿੰਦਾ ਹਾਂ। ਇਸ ਨਾਲ ਮੈਨੂੰ ਬਹੁਤ ਲਾਭ ਹੁੰਦਾ ਹੈ ਕਿਉਂਕਿ ਫਿਟਕੜੀ ਇੱਥੇ ਬਹੁਤ ਜ਼ਿਆਦਾ ਮਹਿੰਗੀ ਹੈ ਤੇ ਫਿਟਕੜੀ ਦਾ ਇੰਨਾ ਜ਼ਿਆਦਾ ਇਸਤੇਮਾਲ ਹੋਣ ਤੇ ਇੱਥੇ ਫਿਟਕੜੀ ਜ਼ਿਆਦਾ ਆਸਾਨੀ ਨਾਲ ਮਿਲਦੀ ਵੀ ਨਹੀਂ ਹੈ। ਇਸ ਲਈ ਮੈਂ ਜਦੋਂ ਵੀ ਇੰਡੀਆ ਜਾਂਦਾ ਹਾਂ ਤਾਂ ਉੱਥੋਂ ਫਿਟਕੜੀ ਜ਼ਰੂਰ ਲੈ ਕੇ ਆਉਂਦਾ ਹਾਂ ਤੇ ਇੱਥੇ ਮਹਿੰਗੇ ਮੁੱਲ ਵਿੱਚ ਵੇਚ ਦਿੰਦਾ ਹਾਂ। ਇੱਥੇ ਦੇ ਲੋਕ ਮਹਿੰਗੇ ਮੁੱਲ ਵਿੱਚ ਵੀ ਆਸਾਨੀ ਨਾਲ ਫਿਟਕੜੀ ਨੂੰ ਖਰੀਦ ਲੈਂਦੇ ਹਨ। ਤੇ ਨਰੇਸ਼ ਨੇ ਮੈਨੂੰ ਦੱਸਿਆ ਕਿ ਕਤਰ ਦੀਆਂ ਔਰਤਾਂ ਪਹਿਲਾਂ ਫਿਟਕੜੀ ਤੋਂ ਇੱਕ ਖਾਸ ਤਰ੍ਹਾਂ ਦੀ ਦਵਾਈ ਤਿਆਰ ਕਰਦੀਆਂ ਹਨ ਜੋ ਉਹਨਾਂ ਨੇ ਆਪਣੇ ਬਜ਼ੁਰਗਾਂ ਤੋਂ ਤਿਆਰ ਕਰਨਾ ਸਿੱਖੀ ਹੈ। ਪਾਣੀ ਵਿੱਚ ਕੁਝ ਸਮਾਨ ਮਿਲਾ ਕੇ ਇਹ ਦਵਾਈ ਤਿਆਰ ਕੀਤੀ ਜਾਂਦੀ ਹੈ ਤੇ ਫਿਰ ਫਿਟਕੜੀ ਨੂੰ ਇਸ ਪਾਣੀ ਵਿੱਚ ਮਿਲਾਉਣ ਤੋਂ ਬਾਅਦ ਕਈ ਦਿਨਾਂ ਦੇ ਲਈ ਰੱਖ ਦਿੱਤਾ ਜਾਂਦਾ ਹੈ। ਉਸ ਦੇ ਬਾਅਦ ਰੋਜ਼ ਸਵੇਰੇ ਅੰਮ੍ਰਿਤ ਵੇਲੇ ਪਾਣੀ ਵਾਲੀ ਫਿਟਕੜੀ ਨੂੰ ਪੀਸ ਕੇ ਇਸਤੇਮਾਲ ਕੀਤਾ ਜਾਂਦਾ ਹੈ। ਕਤਰ ਦੀਆਂ ਔਰਤਾਂ ਰੋਜ਼ ਸਵੇਰ ਨੂੰ ਇਹ ਫਿਟਕੜੀ ਵਾਲਾ ਪਾਣੀ ਪੀਂਦੀਆਂ ਹਨ। ਇਸ ਦਵਾਈ ਦਾ ਸੇਵਨ ਉਹ ਲਗਾਤਾਰ 3 ਮਹੀਨੇ ਤੱਕ ਕਰਦੀਆਂ ਹਨ ਤੇ ਉਹਨਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੇ ਬਹੁਤ ਹੀ ਖੂਬਸੂਰਤ ਬੱਚਾ ਪੈਦਾ ਹੋਵੇਗਾ। ਇਸ ਕਰਕੇ ਕਤਰ ਦੀਆਂ ਔਰਤਾਂ ਪੂਰੀ ਲਗਨ ਨਾਲ ਉਸ ਦਵਾਈ ਨੂੰ ਪੀਂਦੀਆਂ ਹਨ ਤੇ ਇਹ ਦਵਾਈ ਇਸ ਲਈ ਵੀ ਕੰਮ ਆਉਂਦੀ ਹੈ ਜੋ ਇਸ ਦਵਾਈ ਨੂੰ ਨਿਆਰ ਮੂੰਹ 3 ਮਹੀਨੇ ਤੱਕ ਪੀਂਦੀ ਹੈ ਉਸ ਦੇ ਖੂਬਸੂਰਤ ਬੱਚਾ ਤਾਂ ਹੋਵੇਗਾ ਹੀ ਪਰ ਮੁੰਡਾ ਹੀ ਪੈਦਾ ਹੋਵੇਗਾ। ਇਸ ਦਵਾਈ ਨੂੰ ਪੀਣ ਨਾਲ ਮੁੰਡੇ ਦੀ ਹੀ ਪੈਦਾਇਸ਼ ਹੁੰਦੀ ਹੈ। ਇਹ ਗੱਲ ਮੇਰੇ ਲਈ ਬਹੁਤ ਹੀ ਅਨੋਖੀ ਸੀ ਤੇ ਸੱਚ ਵਿੱਚ ਨਰੇਸ਼ ਨੇ ਠੀਕ ਕਿਹਾ ਸੀ। ਜੇ ਹਿੰਦੁਸਤਾਨੀ ਔਰਤਾਂ ਨੂੰ ਇਸ ਬਾਰੇ ਵਿੱਚ ਪਤਾ ਚੱਲ ਜਾਂਦਾ ਤਾਂ ਸਾਰੀਆਂ ਦੀਆਂ ਸਾਰੀਆਂ ਔਰਤਾਂ ਇਸ ਟੋਟਕੇ ਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੀਆਂ। ਪਰ ਮੈਨੂੰ ਇਹ ਸਮਝ ਨਹੀਂ ਆਇਆ ਸੀ ਕਿ ਕਤਰ ਦੀਆਂ ਔਰਤਾਂ ਇਸ ਗੱਲ ਨੂੰ ਇੰਨਾ ਲੁਕਾਉਂਦੀਆਂ ਕਿਉਂ ਹਨ। ਮੇਰੀ ਗੱਲ ਸੁਣ ਕੇ ਨਰੇਸ਼ ਕਹਿਣ ਲੱਗਿਆ, ਹਰ ਕਿਸੇ ਦੇ ਆਪਣੇ ਅਲੱਗ ਤੌਰ ਤਰੀਕੇ ਹੁੰਦੇ ਹਨ ਤੇ ਜ਼ਿਆਦਾਤਰ ਔਰਤਾਂ ਦੱਸਣਾ ਵੀ ਨਹੀਂ ਚਾਹੁੰਦੀਆਂ ਕਿ ਉਹ ਬੱਚਾ ਪੈਦਾ ਕਰਨ ਲਈ ਇਹ ਟੋਟਕਾ ਇਸਤੇਮਾਲ ਕਰ ਰਹੀਆਂ ਹਨ। ਉਹਨਾਂ ਨੂੰ ਲੱਗਦਾ ਹੈ ਕਿਸੇ ਨੂੰ ਦੱਸਣ ਨਾਲ ਉਹਨਾਂ ਦਾ ਟੋਟਕਾ ਖਰਾਬ ਹੋ ਜਾਵੇਗਾ। ਨਰੇਸ਼ ਦੀ ਗੱਲ ਸੁਣ ਕੇ ਮੈਂ ਅਫਸੋਸ ਭਰੇ ਸ਼ਬਦਾਂ ਵਿੱਚ ਕਹਿਣ ਲੱਗੀ ਕਿ ਮੇਰੇ ਕੋਲ ਤਾਂ ਹੁਣ ਫਿਟਕੜੀ ਵੀ ਨਹੀਂ ਹੈ ਤੇ ਨਾ ਹੀ ਮੈਨੂੰ ਇਹ ਦਵਾਈ ਬਣਾਉਣ ਦਾ ਤਰੀਕਾ ਹੁੰਦਾ ਹੈ। ਮੇਰੀ ਗੱਲ ਸੁਣ ਕੇ ਨਰੇਸ਼ ਹੱਸਣ ਲੱਗਿਆ ਤੇ ਕਹਿਣ ਲੱਗਾ, ਮੈਨੂੰ ਬਸ ਬੱਚੇ ਦੀ ਇੱਛਾ ਹੈ, ਚਾਹੇ ਉਹ ਮੁੰਡਾ ਹੋਵੇ ਜਾਂ ਕੁੜੀ, ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਨਰੇਸ਼ ਦਾ ਸੱਚ ਜਾਣ ਕੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਸੀ ਕਿ ਦੂਜੇ ਮਰਦਾਂ ਦੀ ਤਰ੍ਹਾਂ ਉਹਨਾਂ ਨੇ ਮੁੰਡੇ ਦੀ ਇੱਛਾ ਜ਼ਾਹਿਰ ਨਹੀਂ ਕੀਤੀ। ਮੈਂ ਹੁਣ ਤੱਕ ਘਰਾਂ ਵਿੱਚ ਕੰਮ ਕਰ ਰਹੀ ਸੀ ਤੇ ਕੁਝ ਹੀ ਦਿਨਾਂ ਵਿੱਚ ਇੱਕ ਘਰ ਦੀ ਮਾਲਕਣ ਪ੍ਰੈਗਨੈਂਟ ਹੋ ਗਈ ਸੀ। ਮੈਂ ਆਪਣੇ ਹਿਸਾਬ ਨਾਲ ਉਹਨਾਂ ਦਾ ਬਹੁਤ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ ਸੀ ਤੇ ਹੈਰਾਨੀ ਦੀ ਗੱਲ ਇਹ ਸੀ ਕਿ ਉਸ ਔਰਤ ਨੇ ਮੁੰਡੇ ਨੂੰ ਹੀ ਜਨਮ ਦਿੱਤਾ ਸੀ। ਸ਼ਾਇਦ ਉਹਨਾਂ ਦੀ ਬਣਾਈ ਹੋਈ ਦਵਾਈ ਕੰਮ ਆ ਗਈ ਸੀ। ਕੁਝ ਹੀ ਦਿਨਾਂ ਵਿੱਚ ਉੱਪਰ ਵਾਲੇ ਨੇ ਮੈਨੂੰ ਵੀ ਖੁਸ਼ਖਬਰੀ ਦੇ ਦਿੱਤੀ ਸੀ, ਪਰ ਮੈਂ ਇਦਾਂ ਦੀ ਕੋਈ ਦਵਾਈ ਇਸਤੇਮਾਲ ਨਹੀਂ ਕੀਤੀ ਸੀ ਤੇ ਮੈਂ ਪੂਰੇ 9 ਮਹੀਨੇ ਬਿਲਕੁਲ ਤੰਦਰੁਸਤ ਰਹੀ। 9 ਮਹੀਨੇ ਬਾਅਦ ਜਦੋਂ ਮੈਂ ਬੱਚੇ ਨੂੰ ਜਨਮ ਦਿੱਤਾ ਤਾਂ ਇਹ ਦੇਖ ਕੇ ਮੈਂ ਹੈਰਾਨ ਰਹਿ ਗਈ ਕਿ ਮੇਰੇ ਮੁੰਡਾ ਪੈਦਾ ਹੋਇਆ ਸੀ। ਮੈਂ ਇਦਾਂ ਦੀ ਕੋਈ ਦਵਾਈ ਨਹੀਂ ਪੀਤੀ ਸੀ, ਪਰ ਫਿਰ ਵੀ ਉੱਪਰ ਵਾਲੇ ਨੇ ਮੈਨੂੰ ਮੁੰਡੇ ਨਾਲ ਨਵਾਜ਼ ਦਿੱਤਾ ਸੀ। ਮੁੰਡਾ ਜਾਂ ਕੁੜੀ, ਇਹ ਸਭ ਤਾਂ ਉੱਪਰ ਵਾਲੇ ਦੇ ਹੱਥ ਵਿੱਚ ਹੈ, ਪਰ ਅਸੀਂ ਇਨਸਾਨ ਹਮੇਸ਼ਾ ਆਪਣੇ ਤੌਰ ਤੇ ਟੋਟਕੇ ਕਰਦੇ ਰਹਿੰਦੇ ਹਾਂ। ਕਤਰ ਦੀਆਂ ਔਰਤਾਂ ਵੀ ਇਦਾਂ ਹੀ ਟੋਟਕਿਆਂ ਦੇ ਚੱਕਰਾਂ ਵਿੱਚ ਫਸੀਆਂ ਰਹਿੰਦੀਆਂ ਸੀ। ਮੈਂ ਇਹ ਗੱਲ ਤਾਂ ਨਹੀਂ ਜਾਣਦੀ ਸੀ ਕਿ ਕਿੰਨੀ ਕਤਰ ਦੀਆਂ ਔਰਤਾਂ
ਇਸ ਫਿਟਕੜੀ ਦੀ ਦਵਾਈ ਦੇ ਟੋਟਕੇ ਤੋਂ ਜਾਣਕਾਰ ਹਨ, ਪਰ ਜਿੱਥੋਂ ਤੱਕ ਮੈਂ ਦੇਖਿਆ ਸੀ ਜ਼ਿਆਦਾਤਰ ਕਤਰ ਦੀਆਂ ਔਰਤਾਂ ਦੇ ਘਰਾਂ ਵਿੱਚ ਫਿਟਕੜੀ ਮੌਜੂਦ ਸੀ। ਕੀ ਤੁਸੀਂ ਲੋਕ ਵੀ ਮੁੰਡੇ ਲਈ ਕਿਸੇ ਇਦਾਂ ਦੇ ਹੀ ਟੋਟਕੇ ਦਾ ਇਸਤੇਮਾਲ ਕਰਦੇ ਹੋ, ਜਾਂ ਆਪਣੇ ਆਲੇ ਦੁਆਲੇ ਕਿਸੇ ਨੂੰ ਮੁੰਡੇ ਦੀ ਇੱਛਾ ਵਿੱਚ ਇਸ ਤਰ੍ਹਾਂ ਦੇ ਜਾਦੂ ਟੋਣੇ ਜਾਂ ਟੋਟਕੇ ਜਾਂ ਕਿਸੇ ਬਾਬੇ ਕੋਲ ਜਾਂਦੇ ਹੋਏ ਦੇਖਦੇ ਹੋ? ਇਹ ਸਾਰੇ ਕੰਮ ਬਿਲਕੁਲ ਹੀ ਗਲਤ ਹਨ। ਉੱਪਰ ਵਾਲਾ ਸਾਨੂੰ ਮੁੰਡਾ ਦੇਵੇ ਜਾਂ ਕੁੜੀ, ਸਾਨੂੰ ਉਸ ਦੀ ਰਹਿਮਤ ਸਮਝ ਕੇ ਆਪਣੇ ਕੋਲ ਰੱਖ ਲੈਣਾ ਚਾਹੀਦਾ ਹੈ। ਉੱਪਰ ਵਾਲਾ ਸਾਨੂੰ ਔਲਾਦ ਨਾਲ ਨਵਾਜ਼ ਰਿਹਾ ਹੈ, ਇਹੀ ਸਾਡੇ ਲਈ ਬਹੁਤ ਹੈ। ਮੁੰਡਾ ਜਾਂ ਕੁੜੀ ਕੁਝ ਨਹੀਂ ਹੁੰਦਾ, ਔਲਾਦ ਹੋਣਾ ਹੀ ਸਭ ਤੋਂ ਵੱਡੀ ਗੱਲ ਹੁੰਦੀ ਹੈ। ਮੈਂ ਆਪਣੇ ਪਤੀ ਨਰੇਸ਼ ਨਾਲ ਬਹੁਤ ਖੁਸ਼ ਹਾਂ, ਪਰ ਹੁਣ ਮੈਂ ਕਤਰ ਦੀਆਂ ਔਰਤਾਂ ਵਿੱਚ ਜ਼ਿਆਦਾ ਧਿਆਨ ਦੇਣਾ ਬੰਦ ਕਰ ਦਿੱਤਾ ਹੈ, ਕਿਉਂਕਿ ਮੈਨੂੰ ਇਹ ਗੱਲ ਪਸੰਦ ਨਹੀਂ ਆਈ ਸੀ ਕਿ ਮੁੰਡਾ ਹੋਣ ਲਈ ਉਹ ਲੋਕ ਇੰਨੇ ਜ਼ਿਆਦਾ ਟੋਟਕਿਆਂ ਦਾ ਇਸਤੇਮਾਲ ਕਰਿਆ ਕਰਦੇ ਸੀ। ਕੁੜੀ ਹੋਣ ਲਈ ਵੀ ਤਾਂ ਲੋਕ ਟੋਟਕੇ ਦਾ ਇਸਤੇਮਾਲ ਕਰ ਸਕਦੇ ਹਨ। ਆਖਰ ਕੁੜੀ ਵੀ ਉੱਪਰ ਵਾਲੇ ਦੀ ਰਹਿਮਤ ਹੁੰਦੀ ਹੈ। ਮੈਨੂੰ ਤਾਂ ਕੁੜੀਆਂ ਬਹੁਤ ਪਸੰਦ ਹਨ ਤੇ ਮੈਂ ਦੁਆ ਕਰਦੀ ਹਾਂ ਕਿ ਅਗਲੀ ਹੋਣ ਵਾਲੀ ਔਲਾਦ ਉੱਪਰ ਵਾਲਾ ਮੈਨੂੰ ਕੁੜੀ ਹੀ ਦੇਵੇ। ਮੈਨੂੰ ਕੁੜੀਆਂ ਬਹੁਤ ਪਸੰਦ ਹਨ। ਮੈਂ ਆਪਣੇ ਮੁੰਡੇ ਨਾਲ ਬਹੁਤ ਜ਼ਿਆਦਾ ਖੁਸ਼ ਹਾਂ, ਪਰ ਮੈਨੂੰ ਹੁਣ ਇੱਕ ਕੁੜੀ ਦੀ ਇੱਛਾ ਹੋਰ ਹੈ ਤਾਂ ਕਿ ਮੇਰਾ ਪਰਿਵਾਰ ਪੂਰਾ ਹੋ ਜਾਵੇ। ਦੋਸਤੋ, ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? ਕਮੈਂਟ ਕਰਕੇ ਜ਼ਰੂਰ ਦੱਸਣਾ।